टू मसीह दे नाम दे विच आमेन 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 हालेलुया। और इसी दे नाल एक अगली गल जिहड़ी पास्टर ट्रेसी नाल शेयर करदे हैं जी पास्टर ट्रेसी। सारे ने फिर से जय मसीह दी प्रेज द लॉर्ड जय मसीह सारे नु आमेन जय मसीह दी। जिद्दां मैं पहले सेशन विच आई होप सारे नु मेरी आवाज सुनदी है। हाँ जी सुन रही है। वेरी गुड ओके जिद्दां ਆਪਾਂ पहले सेशन देखा कि परमेश्वर जो पिता है जो राजा है जो मुक्तिदाता है जिन्हें सब कुछ बनाया ਉਹਨੂੰ ਇੱਕ ਪਰਿਵਾਰ ਚਾਹੁੰਦਾ ਸੀ ਉਹ ਪਰਿਵਾਰ ਇੱਕ ਨੂੰ ਚਾਹੁੰਦਾ ਸੀ ਜੋ ਅਸੀਂ ਆ। ਜਦੋਂ ਪਰਮੇਸ਼ਰ ਯਿਸੂ ਮਸੀਹ ਸਲੀਬ ਤੇ ਚੱਲ ਗਏ ਅਸੀਂ ਸਾਰੇ ਉੱਤੇ ਵਿਸ਼ਵਾਸ ਜਿਨ੍ਹਾਂ ਨੇ ਕੀਤਾ ਅਸੀਂ ਇੱਕ ਪਰਿਵਾਰ ਬਣ ਗਏ। ਸੋ ਉਹ ਸਾਡਾ ਪਿਤਾ ਹੈ ਠੀਕ ਹੈ। ਸੋ ਪਰਮੇਸ਼ਰ ਇੱਕ ਪਰਿਵਾਰ ਚਾਹੁੰਦਾ ਸੀ ਜਿਹਦਾ ਅਸੀਂ ਹਿੱਸਾ ਆ। ਸੋ ਆਪਾਂ ਇੱਕ ਗੱਲ ਦਾ ਸਾਰਿਆਂ ਨੇ ਧਿਆਨ ਰੱਖਣਾ ਹੈ ਸਾਰਿਆਂ ਨੇ ਕਿ ਕੀ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਇਸ ਬੰਦਗੀ ਤੋਂ ਦੂਸਰੀ ਬੰਦਗੀ ਇਸ ਬਾਈਬਲ ਸਟੱਡੀ ਤੋਂ ਦੂਸਰੀ ਬਾਈਬਲ ਸਟੱਡੀ ਠੀਕ ਹੈ ਆਪਾਂ ਨੱਠ ਭੱਜ ਵਿੱਚ ਨਹੀਂ ਲੇਕਿਨ ਪਰਮੇਸ਼ਵਰ ਦੇ ਰਸਤੇ ਵਿੱਚ ਅਸੀਂ ਮਜ਼ਬੂਤ ਰਹਿਣਾ ਆ ਠੀਕ ਹੈ। ਆਪਾਂ ਸਾਰਿਆਂ ਨੇ ਪਰਮੇਸ਼ਵਰ ਰਸਤੇ ਵਿੱਚ ਮਜ਼ਬੂਤ ਰਹਿਣਾ ਆ ਕਿਉਂਕਿ ਉਹ ਸਾਡਾ ਪਿਤਾ ਹੈ ਆਮੇਨ। ਉਦੋਂ ਅਸੀਂ ਦੇਖਦੇ ਹਾਂ ਓਕੇ ਮੈਂ ਸਰ ਤੁਸੀਂ ਹੱਥ ਖੜੇ ਕਰ ਸਕਦੇ ਕਿੰਨੇ ਜਿਹੜੇ ਆ ਜਿਨ੍ਹਾਂ ਦੀਆਂ ਹੋਈਆਂ ਨੇ ਤੁਸੀਂ ਚਾਹੇ ਤੁਸੀਂ ਕਰ ਕਿੰਨੇ ਜਾਣੇ ਤੁਸੀਂ ਸ਼ਾਦੀਆਂ ਕੀਤੀਆਂ ਹੋਈਆਂ ਤੁਹਾਡੀਆਂ ਓਕੇ ਵੈਰੀ ਗੁੱਡ ਵੈਰੀ ਸੋਚਦੇ ਆ ਠੀਕ ਹੈ ਨਾ। ਸੋ ਜੇ ਤੁਹਾਡੀ ਹਜੇ ਹੋਣ ਵਾਲੀ ਆ ਸੋ ਕੰਗ੍ਰੈਚੁਲੇਸ਼ਨ। ਇਹ ਜੋ ਦੁਨੀਆ ਦੀ ਸੋਚ ਹੈ ਉਹਨਾਂ ਦੀ ਇਸ engagement ring ਜੋ engagement ਮੰਗਣੀ ਦੀ ਬਾਅਦ ਵਿੱਚ ਹੁੰਦੀ ring ਹੁੰਦੀ this suffering ਲੇਕਿਨ ਜੋ ਪਰਮੇਸ਼ਰ ਦਾ ਵਚਨ ਕਹਿੰਦਾ ਜਿੱਦਾਂ ਅਸੀਂ ਆਪਾਂ ਸਾਰੇ ਨੂੰ ਪਰਮੇਸ਼ਵਰ ਹੈ ਉਹ ਪਿਆਰ ਹੈ ਜੋ ਸਾਡਾ ਪਿਤਾ ਹੈ ਉਹ ਪਿਆਰ ਹੈ ਸਾਡਾ ਜਿਹੜਾ ਪਰਮੇਸ਼ਵਰ ਪਰਿਵਾਰ ਨੂੰ ਪਿਤਾ ਕਰਕੇ ਤੁਸੀਂ ਬੁਲਾ ਸਕਦੇ ਹੋ ਹੱਕ ਦਿੱਤਾ ਹੈ ਠੀਕ ਹੈ। ਸੋ ਅਸੀਂ ਇਹ ਯਾਦ ਰੱਖਣਾ ਮੈਨੇ ਮਸਾ ਕੀਤਾ ordain ਕੀਤਾ ਇੱਕ ਪਰਮ ਦੀ ਹਜ਼ੂਰੀ ਵਿੱਚ ਠੀਕ ਹੈ। ਔਰ ਪਰਮੇਸ਼ਵਰ ਨੇ ਆਪਣੀ ਜਾਨ ਦੇ ਦਿੱਤੀ ਆਪਦੇ ਚਰਚ ਲਈ ਆਪਦੇ ਮਹੱਲੇ ਲਈ ਆਪਦੀ ਬ੍ਰਾਈਡ ਦੇ ਲਈ ਕਰਕੇ ਉਹ ਪਿਆਰ ਨੂੰ ਸਾਰਿਆਂ ਨੂੰ ਜਦੋਂ ਯਿਸੂ ਪੂਰਾ ਹੋ ਗਿਆ ਔਰ ਅਸੀਂ ਕੀ ਯਾਦ ਰੱਖਣਾ ਅਸੀਂ ਨੱਠਦੇ ਹੁੰਨੇ ਕਿ ਸਾਡਾ ਵਿੱਚ ਪਰਮੇਸ਼ਵਰ ਦਾ ਮਸਾ ਹੈ ਪਰਮੇਸ਼ਵਰ ਦੀ ਹਜ਼ੂਰੀ ਆਏ ਸਭ ਤੋਂ ਸ਼ੁਰੂਆਤ ਸਾਡੇ ਪਰਿਵਾਰਾਂ ਚ ਹੋਣੀ ਆ ਬੱਚਿਆਂ ਦੇ ਵਿੱਚ ਹੋਣੀ ਆ। ਜਿੰਨਾ ਮਜ਼ਬੂਤ ਸਾਡਾ ਪਰਿਵਾਰ ਹੋਏਗਾ ਜਿੰਨਾ ਮਜ਼ਬੂਤ ਸਾਡਾ ਪਰਿਵਾਰ ਹੋਏਗਾ ਉਹਨਾਂ ਜੇ ਸਾਡਾ ਘਰ ਹੀ ਕਮਜ਼ੋਰ ਹੈ ਕਿਉਂਕਿ ਜਿਹੜਾ ਸਾਡਾ ਚਰਚ ਹੈ ਚਰਚ ਤਾਂ ਪਰਿਵਾਰ ਹੁੰਦਾ ਹੈ ਠੀਕ ਹੈ। ਸੋ ਸਾਰਿਆਂ ਨੇ ਇਸ ਗੱਲ ਦਾ ਸਾਰਿਆਂ ਨੇ ਧਿਆਨ ਰੱਖਣਾ ਔਰ ਜਿਹੜੀ ਸਾਡੀ ਪਹਿਲੀ ਕਲੀਸਿਆ ਉਹ ਚਰਚ ਵਿੱਚ ਨਹੀਂ ਹੈ ਸਾਡੀ ਸਭ ਤੋਂ ਪਹਿਲੀ ਕਲੀਸਿਆ ਚਰਚ ਦੇ ਬਿਲਡਿੰਗ ਵਿੱਚ ਨਹੀਂ ਹੈ ਉਹ ਸਾਡਾ ਘਰ ਹੈ। ਸਾਡੀ ਸਭ ਤੋਂ ਪਹਿਲੀ ਕਲੀਸਿਆ ਸਾਡਾ ਠੀਕ ਹੈ। ਜੋ ਤੁਸੀਂ ਸ਼ਾਦੀशुदा ਮੇਰੇ ਭਰਾ ਹੋ ਤੁਹਾਡੀ ਪਹਿਲੀ ਕਲੀਸਿਆ ਤੁਹਾਡੀ ਪਤਨੀ ਹੈ ਠੀਕ ਹੈ ਨਾ ਸਭ ਤੋਂ ਪਹਿਲੀ ਕਲੀਸਿਆ ਤੁਹਾਡਾ ਸੋ ਇਹ ਤੇ ਆਪਣਾ ਸਾਰੇ ਹੋ ਪਹਿਲੋਂ ਸਭ ਤੋਂ ਠੀਕ ਹੈ ਨਾ। ਸੋ ਅਸੀਂ ਕਿਹਾ ਤੇ ਇੱਕ ਦੂਸਰਾ ਦਾ ਧਿਆਨ ਹੈਗੇ ਨੇ ਸਕਦੀ ਆ ਜੇ ਤੁਸੀਂ ਮਾਈਕ੍ਰੋਫੋਨ ਔਨ ਕਰਨਾ ਚਾਹੁੰਦੇ ਤਾਂ ਦਿਓ ਓਕੇ। ਜਾਣੇ ਕਦੇ ਆਪਣੀ ਵਾਈਫ ਲਈ ਤੁਸੀਂ ਖਾਣਾ ਬਣਾਇਆ यस ਹੋਰ ਕਿਸੇ ਨੇ ਨਹੀਂ
ਆਪਦੀ ਵਾਈਫ ਲਈ ਖਾਵੇ। ਓਕੇ, ਸਾਡੇ ਯਿਸੂ ਨੇ ਆਪਦੇ ਚੇਲਿਆਂ ਦੇ ਪੈਰ ਧੋਤੇ। ਦੋ ਆਪਣੇ ਚੇਲਿਆਂ ਦੇ, ਤੁਹਾਡੀ ਵਾਈਫ ਹੈ, ਉਹ ਤੁਹਾਡੀ ਹੋਈ ਹੈ, ਠੀਕ ਹੈ। ਕਦਾਇਆ ਪੈਰ ਧੋ ਸਕਦਾ, ਜਿਹੜੇ ਗੰਦੇ ਸੀਗੇ, ਠੀਕ ਹੈ। ਯਿਸੂ ਨੇ ਆਪਦੀ ਦੁਲਹਨ ਲਈ ਦੇ ਦਿੱਤੀ, ਅਸੀਂ ਚਾਹ ਨਹੀਂ ਬਣਾ ਸਕਦੇ, ਠੀਕ ਹੈ। ਆਓ ਆਪਾਂ ਪਰਮੇਸ਼ਰ ਦੇ ਵਚਨ, ਪਰਮੇਸ਼ਰ ਦੇ ਜਾਣ ਤੋਂ ਵਚਨ ਤੋਂ ਜਾਵਾਂਗੇ, ਠੀਕ ਹੈ। और पहला पढ़ांगे, ठीक है। ओके, जेनेसिस उत्पत्ति क्या एक्सटाई, ओके, उत्पत्ति, या जेनेसिस 1:27 प्लीज। या उत्पत्ति पहला अध्याय और ਉਹਦੀ 27 आयत। सो परमेश्वर ने आदमी ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ, ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ, ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। तो साडे परमेश्वर ने आदमी बनाया और औरत बनाई, और दोनों अपने स्वरूप ते बनाए ने। सो मेरे भरा, तुसी परमेश्वर दे स्वरूप ते बनाए गए हो, और मेरी भैन तुसी परमेश्वर दे स्वरूप ते बनाए गए हो, और परमेश्वर ने चाहा ये साडे लिए कर दिता, ठीक है ना। सो इहदे विच जो साडा परमेश्वर है, वो ना बंदा है ना औरत है, वो एक आत्मा है। सो ਜਦੋਂ ਸਾਨੂੰ परमेश्वर ने बनाया आ, ਸਾਨੂੰ एक दूसरे ਦੇ ਵਿੱਚ ਸਿਰ ਮਾਰਨ ਦੀ ਜ਼ਰੂਰਤ ਨਹੀਂ, ਠੀਕ ਹੈ। ਸਾਨੂੰ एक दूसरे ਦੇ ਸਿਰ ਜ਼ਰੂਰੀ, ਸਾਨੂੰ परमेश्वर ने बनाया कि ਅਸੀਂ ਉਹ ਕਰ ਸਕੀਏ ਜਿਹਦੇ ਲਈ ਅਸੀਂ ਬੁਲਾਏ ਗਏ ਆ, ਠੀਕ ਹੈ। ਸੋ परमेश्वर ਚਾਹੁੰਦਾ ਆ, ਠੀਕ ਹੈ ਨਾ, ਕਿ परमेश्वर ਚਾਹੁੰਦਾ ਕਿ ਜੋ ਅਧਿਕਾਰ ਦਿੱਤਾ ਆ, ਉਹ ਸਾਨੂੰ ਦੋਨਾਂ ਨੂੰ ਦਿੱਤਾ ਗਿਆ ਆ, ਕਿ ਅਸੀਂ ਰਲ ਕੇ परमेश्वर ਦੀ ਬਾਦਸ਼ਾਹੀ ਲੈ ਕੇ ਆਈਏ, ਅਸੀਂ ਰਲ ਕੇ ਇੱਕ ਚੰਗਾ ਪਰਿਵਾਰ ਅਸੀਂ ਜੋੜ ਸਕੀਏ, ਕਿਉਂਕਿ परमेश्वर ਚਾਹੁੰਦਾ ਅਸੀਂ ਜਦੋਂ ਅਸੀਂ ਇੱਕ ਸਾਡੇ ਘਰ 'ਚ ਏਕਤਾ ਹੀ ਹੁੰਦੀ ਆ, परमेश्वर ਦੀ ਬਰਕਤ ਹੁੰਦੀ ਆ। ਸੋ ਜਦੋਂ, ਔਰ ਦੂਸਰੀ ਗੱਲ ਕੀ ਆ ਕਿ ਜਦੋਂ ਦੋ ਜਾਣੇ ਹੁੰਦੇ ਆ, ਠੀਕ ਹੈ ਨਾ, ਦੋ ਜਾਣੇ ਅਸੀਂ ਹੋਣੇ, ਅਸੀਂ 10,000 ਨੂੰ ਅਸੀਂ ਪਹੁੰਚਾ ਸਕਦੇ ਆ। ਸੋ ਸਾਡੇ ਦੋਨਾਂ ਵਿੱਚ ਏਕਤਾ ਹੋਣੀ ਬਹੁਤ ਜ਼ਿਆਦਾ ਲਾਜ਼ਮੀ ਹੈ, और परमेश्वर ने सानू दोनों बनाया, क्योंकि परमेश्वर का वचन कहता, लेकिन सानू थोड़ा जा अलग भी बनाया। जो देखिए, ओके, तुसी एक मैं सवाल पूछती हूं, ओके, तानू लगदा आदमी और औरत विच, दोनों शख्सां विच कौन ज्यादा बोलदा, जिद्दां लफ्ज़ ज्यादा कौन कहंदा आ, आदमी च डरो नहीं, आपां परिवार बैठे हैं। हाँ जी, कौन लगदा आदमी तो औरत ज्यादा बोलते हैं, लगदा औरत बोलदी है, लेकिन आदमी जेड़ा ना अपने मन च रखदे ने। थैंक यू औरत ज्यादा वेरी मच। ओके ओके ओके, जेड़े भरा हजे भी डर रहे कुछ बोलण लई, हो शब्द कह रहे होगे कि मेरी वाइफ नहीं मैनूं बोलन दिंदी, मैं तुहानूं थोड़ा जिहा हौसला वधांदी हां, ठीक है ना। सो साइंस ने प्रूव किया कि जिहड़ी औरत है वो विच 20,000 लफ्ज बोलदी है, बंदे दे मुताबिक वो सिर्फ 7,000 बोलदा है, ठीक है। सो जो तुसीं देखोगे कि औरत नूं पता होंदा, ओके तू इत्थे गया सी, तू आप आया सी, तू इन्ना खड़िया सीगा, तू इन्ने बजे आया सीगा। सो उत्ते की सिर्फ ओदे लफ्ज़ नहीं ज्यादा होंदे, ओदी मेमोरी भी ज्यादा के ज्यादा है। मैं तुहाडी मदद करना चाहती हां, ठीक है। ਅਸੀਂ ਕੀ ਆ, ਅਸੀਂ ਸਹੀ ਜਿਹੜੇ ਲਫ਼ਜ਼ ਹੁੰਦੇ ਆ, ਸਾਡਾ ਚਾਹੁੰਦਾ ਕਿ ਇੱਕ ਪਰਿਵਾਰ ਸਾਡਾ ਮਜ਼ਬੂਤ ਹੋਵੇ। ਜਦੋਂ ਸਾਡਾ ਘਰ ਮਜ਼ਬੂਤ ਹੋਣਾ, ਸਾਡੇ ਬੱਚੇ ਮਜ਼ਬੂਤ ਹੋਣੇ, ਜਦੋਂ ਸਾਡੇ ਬੱਚੇ ਮਜ਼ਬੂਤ ਹੋਣੇ ਆ, ਸਾਡੀ ਕਲੀਸਿया ਮਜ਼ਬੂਤ ਹੋਣੀ ਆ, ਠੀਕ ਹੈ। ਸੋ ਅਸੀਂ ਕੀ ਕਰਨਾ ਆ, ਅਸੀਂ ਬਿਨਾਂ ਮਤਲਬ ਤੋਂ ਨਹੀਂ ਬੋਲੀ ਜਾਣਾ, ਠੀਕ ਹੈ ਨਾ। ਸੋ ਪਰਮੇਸ਼ਰ ਦਾ ਵਚਨ ਕਹਿੰਦਾ ਆ ਪ੍ਰਵਰਬ ਵਿੱਚ 18 ਔਰ 21 ਵਿੱਚ, ਉਹਦਾ 18 ਦੇ ਆਏ ਔਰ ਉਹਦੀ 21 ਆਏ, तो जी प्रोवर्ब्स 18 और 21 आयत विच लिखिया जी, ठीक है ना।
ਮੌਤ ਅਤੇ ਜੀਵਨ ਦੋਵੇਂ ਜੀਵ ਦੇ ਵਸ ਵਿੱਚ ਹਨ ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸ ਦਾ ਫਲ ਖਾਣਗੇ। तो मौत और जीवन ਇਹ ਆਪਣੀ ਜ਼ੁਬਾਨ ਤੇ ਆ। ਸੋ ਆਪਾਂ ਕੀ ਆ ਆਪਦੇ ਪਤੀ ਔਰ ਬੱਚਿਆਂ ਤੇ ਧਿਆਨ ਨਾਲ ਦੇਖਣਾ ਸੀ ਉਹਦੇ ਉੱਪਰ ਕੀ ਬੋਲਦੇ ਆ, ਧਿਆਨ ਨਾਲ, ਠੀਕ ਹੈ ਨਾ। ਸੋ ਸਮਝ ਦੋ ਕਿ ਅਗਰ ਅਸੀਂ ਇਦਾਂ ਬੋਲਦੇ ਆ ਕਿ ਜੋ ਉਹਨੇ ਅੱਜ ਗਲਤੀ ਕੀਤੀ ਆ ਉਹਨੂੰ ਯਾਦ ਕਰਾਂ ਉਹਨੂੰ 10 ਸਾਲ ਪਹਿਲਾਂ ਕੀ ਗਲਤੀ ਕੀਤੀ ਸੀਗੀ, ਉਹ ਸਾਰਾ ਕੂੜਾ ਕਰਕੇ ਆਪਾਂ ਇੱਥੇ ਲੈ ਕੇ ਆਣਾ, ਆਪਾਂ ਨੂੰ ਦੋਨਾਂ ਨੂੰ ਫਾਇਦਾ ਨਹੀਂ ਹੋਣਾ, ਦੋਨਾਂ ਹਸਬੈਂਡ ਵਾਈਫ ਨੂੰ ਦੋਨਾਂ ਨੂੰ ਫਾਇਦਾ ਨਹੀਂ ਇਹਦੇ ਵਿੱਚ ਹੋਣਾ ਹੈਗਾ। ਸੋ ਅਸੀਂ ਧਿਆਨ ਕਰਨਾ, ਠੀਕ ਹੈ ਨਾ, ਕਿ ਪਰਮੇਸ਼ਵਰ ਨੇ ਸਾਨੂੰ अपने स्वरूप से बनाया, जो परमेश्वर क्या आ सब कुछ हो गया और हो गया, ਅਸੀਂ ਉਹਦੀ ਔਲਾਦ ਆ, ਉਹਦਾ ਖੂਨ ਸਾਡੇ ਵਿੱਚ ਆ, ਉਹਦੀ ਸ਼ਕਤੀ ਸਾਡੇ ਵਿੱਚ ਆ, ਪਰਮੇਸ਼ਵਰ ਦਾ ਆਤਮਾ ਸਾਡੇ ਵਿੱਚ ਆ, ਔਰ ਅਸੀਂ ਧਿਆਨ ਕਰਨਾ ਕਿ ਅਸੀਂ ਕੀ ਬੋਲਣਾ ਹੈ, ਕਿਉਂਕਿ ਜੋ ਅਸੀਂ ਬੋਲਾਂਗੇ ਉਹ ਕੀ ਹੋ ਜਾਏਗਾ, ਉਹ ਹੋ ਜਾਏਗਾ। come on, ਸੋ ਅਸੀਂ ਧਿਆਨ ਕਰਨਾ ਕਿ ਅਸੀਂ ਕੀ ਬੋਲਦੇ। ਸੋ नहीं कि ਆਪਾਂ ਜੋ ਪਹਿਲਾਂ ਸਮਝੋ ਹੋ ਗਿਆ ਉਹ ਸਾਰਾ ਲੈ ਕੇ ਆਣਾ, ਔਰ ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲ ਕਰਨੀ ਹੈ ਯਾਦ ਰੱਖਣਾ ਆਪਾਂ 20,000 ਜਿਹੜੇ ਲਫ਼ਜ਼ ਹੈ ਨਾ ਉਹ ਕੈਰਫੁਲੀ ਤੇ ਆਪਾਂ ਪਿਆਰ ਕਰਨੇ ਆ ਜਿਹੜੇ ਦਿਨ ਦੇ ਵਿੱਚ ਆਪਾਂ ਇਹਨਾਂ ਆਪਣੇ ਤੇ ਗ੍ਰੇਸ ਜਾਂ ਧਿਆਨ ਕਰਕੇ, ਠੀਕ ਹੈ ਨਾ, ਕਿਉਂਕਿ ਆਪਣੇ ਸ਼ਬਦ ਚਾਹੇ ਕਿਸੇ ਨੂੰ ਸ਼ਖਸ ਨੂੰ ਕਰ ਸਕਦੇ ਚਾਹੇ ਉਹਨੂੰ ਕਰਾ ਸਕਦੇ ਆ, ਠੀਕ ਹੈ। परमेश्वर का वचन कहता कि जो बुद्धवान औरत है अपने हत्थां नाल दा कर खड़ी करदी है, आपदे हत्थां नाल, और ਅਸੀਂ ਸਿਰਫ ਖੜੇ ਹੋਣਾ ਨਹੀਂ, ਖੜੇ ਕਰਨ ਵਾਲੀਆਂ ਆ, ਆਪਦੇ ਪਰਿਵਾਰਾਂ ਨੂੰ ਖੜੇ ਕਰਨਾ, ਆਪਦੇ ਪਤੀ ਨੂੰ ਖੜੇ ਕਰਨਾ ਹੈਗਾ ਆ, ਠੀਕ ਹੈ। ਸੋ ਜਦੋਂ ਸਾਡੇ ਪਤੀ ਦਾ ਹੌਸਲਾ ਸਾਨੂੰ ਪਤਾ ਲੱਗਾ ਥੱਕਿਆ ਆਂਦਾ, ਕੁਝ ਬੋਲ ਨਹੀਂ ਰਿਹਾ ਹੈਗਾ, ਅਸਾਂ ਉਹਨੂੰ ਹੱਲਾਸ਼ੇਰੀ ਦੇਣੀ ਹੈ, और ये सिर्फ वाइफ ਨੂੰ ਨਹੀਂ, ਹਸਬੈਂਡ ਨੂੰ ਵੀ ਹੈ। ਤੁਹਾਡੇ ਸ਼ਬਦ ਥੋੜੇ ਆ, ਅਸੀਂ ਧਿਆਨ ਕਰਨਾ ਹੈ ਉਹਦੇ ਉੱਤੇ ਕਿ ਅਸੀਂ ਉਹਦਾ ਇਸਤੇਮਾਲ ਕਿੱਦਾਂ ਕਰਨਾ ਹੈ, ਠੀਕ ਹੈ। ਜੋ ਦੇਖੋ ਆਪਾਂ ਯਾਦ ਰੱਖਣਾ ਪਾਵਰ ਹੈ, ਸ਼ਕਤੀ ਹੈ, ਆਤਮਾ ਸਾਡੇ ਵਿੱਚ ਹੈ, ਵਚਨ ਸਾਡੇ ਕੋਲ ਹੈ, ਅਸੀਂ ਤੇ ਸਿਰਫ ਬਦਲਣ ਵਾਲੇ ਨਹੀਂ, ਬਦਲਾਓ ਲੋਕ ਹੈ, ਠੀਕ ਹੈ ਨਾ। ਜਦੋਂ ਹੁਣ ਪਾਸਟਰ ਜੌਨ ਨੇ ਆਪਣੇ ਨਾਲ ਗੱਲ ਕੀਤੀ ਆ, ਪਰਮੇਸ਼ਵਰ ਨੇ ਆਪਦਾ ਪਿਆਰ ਸਾਡੀ ਜ਼ਿੰਦਗੀਆਂ ਦੇ ਉੱਤੇ ਵਿੱਚ ਡੋਲ ਦਿੱਤਾ ਆਪਦੇ ਪਵਿੱਤਰ ਆਤਮਾ ਦੇ ਥਰੂ, ਠੀਕ ਹੈ। ਸੋ ਇਸ ਗੱਲ ਦਾ ਆਪਾਂ ਸਾਰਿਆਂ ਨੇ ਧਿਆਨ ਰੱਖਣਾ। ਅਸੀਂ ਇੱਥੇ ਸ਼ੁਰੂ ਨਹੀਂ ਹੋਏ, ਜਦੋਂ ਅਸੀਂ ਸ਼ੁਰੂ ਹੋਏ ਮੇਰੀ ਪੰਜਾਬੀ ਇੰਨੀ ਚੰਗੀ ਨਹੀਂ ਸੀ, ਇਹਨਾਂ ਦੀ ਅੰਗਰੇਜ਼ੀ ਚੰਗੀ ਨਹੀਂ ਸੀ, ਸੋ ਹੁਣ ਦੇਖੋ ਅਸੀਂ ਲੜਦੇ ਹੋਵਾਂਗੇ, ਕਿੱਦਾਂ ਲੜਦੇ ਹੋਵਾਂਗੇ, ਮੈਂ ਤੁਹਾਨੂੰ ਤੁਸੀਂ ਇਮੇਜਿਨ ਕਰਕੇ ਦੇਖ ਸਕਦੇ ਹੋ, ਠੀਕ ਹੈ ਨਾ। ਇਹਨਾਂ ਨੂੰ ਖਾਸ ਮੇਰੀ ਸਮਝ ਨਹੀਂ ਆਣੀ, ਮੇਰੀ ਇਹਨਾਂ ਨੂੰ ਨਹੀਂ ਆਣੀ ਹੈਗੀ, ਤੇ ਇਹਨਾਂ ਨੇ ਮੈਨੂੰ ਕਹਿਣਾ ਟ੍ਰੇਸੀ ਤੇਰੀ ਪ੍ਰੋਬਲਮ ਕੀ ਆ, ਮੈਨੂੰ ਇੱਕ ਹੀ ਪ੍ਰੋਬਲਮ ਉਸ ਵੇਲੇ ਦੱਸਦੀ ਹੁੰਦੀ ਸੀ, ਮੈਂ ਕਹਿਣਾ ਸੀ ਤੁਸੀਂ, ਉਦੋਂ ਤੁਸੀਂ ਵੀ ਨਹੀਂ ਸੀਗਾ, ਉਦੋਂ ਤੁਸੀਂ, ਹਾਂ ਤੂੰ ਲੇਕਿਨ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨਾਲ ਚੱਲਦੇ ਰਹਿੰਦੇ ਆ, ਪਰਮੇਸ਼ਰ ਦੇ ਪਿਆਰ ਵਿੱਚ ਡੂੰਘਾ ਅਸੀਂ ਹੋਈ ਜਾਂਦੇ ਆ, ਪਰਮੇਸ਼ਰ ਦੇ ਪਿਆਰ ਨੂੰ ਜਾਣ ਜਾਂਦੇ, ਉਹ ਪਰਮੇਸ਼ਰ ਦਾ ਪਿਆਰ ਸਾਡੀ ਜ਼ਿੰਦਗੀ 'ਚ ਉਜੜਨਾ ਲੱਗਦਾ ਹੈ, ਫਿਰ ਤੂੰ ਤੋਂ ਤੁਸੀਂ ਹੋ ਜਾਂਦੇ ਆ, ਠੀਕ ਹੈ। ਸੋ ਆਪਾਂ ਇਸ ਸਾਰੇ ਨੇ ਇਸ ਗੱਲ ਦਾ ਧਿਆਨ ਰੱਖ, ਠੀਕ ਹੈ ਨਾ। ਓਕੇ, ਜਿਹਨਾਂ ਦੀ ਸ਼ਾਦੀ ਨਹੀਂ ਹੋਈ ਹੈਗੀ, ਮੈਂ ਤੁਹਾਨੂੰ ਥੋੜਾ ਐਗਜ਼ਾਮਪਲ ਦੇਣਾ ਚਾਹਨੀ ਹਾਂ, ਠੀਕ ਹੈ, ਜਿਹਨਾਂ ਦੀ ਨਹੀਂ ਹੋਈ ਹੈਗੀ, ਠੀਕ ਹੈ ਨਾ। ਜੋ ਸ਼ਾਦੀ ਹੈਗੀ ਹੈ, आप देख सकते हो कितना खूबसूरत डब्बा है, आप देख सकते हो, सोना लगता है, ठीक है। खाली डब्बा, आधे डब्बा है, बहुत सोना, लुक बाओ कितना सब कुछ लेके आया, लेकिन जो तुम अंदर देखो खाली है। जो शादी है वो एक खाली डब्बा है, जो तुसी पाओगे ਉਹੀ ਤੁਸੀਂ ਕੱਢੋਗੇ। ਅਸੀਂ ਆਪਦੀ ਸ਼ਾਦੀ ਵਿੱਚ ਪਿਆਰ ਪਾਣਾ ਹੈ, ਅਸੀਂ ਆਪਦੀ ਸ਼ਾਦੀ ਵਿੱਚ, ਠੀਕ ਹੈ ਨਾ, ਜ਼ਿੰਮੇਵਾਰੀ ਪਾਣੀ ਹੈ, ਅਸੀਂ ਜੋ ਸ਼ਾਦੀ ਹੈ, ਸ਼ਾਦੀ ਵਿੱਚ ਅਸੀਂ ਇੱਕ ਦੂਸਰੇ ਨੂੰ ਹੌਸਲਾ ਪਾਣਾ ਆ, ਜੋ ਤੁਸੀਂ ਪਾਓਗੇ ਉਹੀ ਅਸੀਂ ਕੱਢਾਂਗੇ। ਪਰਮੇਸ਼ਰ ਦਾ ਵਚਨ ਕੀ ਕਹਿੰਦਾ, ਜੋ ਬੀਜੋਗੇ ਉਹੀ ਤੁਸੀਂ, ਠੀਕ ਹੈ ਨਾ। ਸਾਡੀ ਜ਼ਿੰਮੇਵਾਰੀ ਹੈ,
कि ਅਸੀਂ ਆਪਣੀ ਜ਼ਿੰਦਗੀ ਸ਼ਾਦੀ ਵਿੱਚ ਕੀ ਪਾਉਂਦੇ ਆ, ਠੀਕ ਹੈ ਨਾ। ਸੋ ਅਸੀਂ ਜੋ ਹੈਗਾ, ਅਸੀਂ ਜੋ ਨੈਗੇਟਿਵ ਜੋ ਗਲਤ ਹੈ ਉੱਤੇ ਜ਼ਿਆਦਾ ਫੋਕਸ ਨਹੀਂ, ਉੱਤੇ ਜ਼ਿਆਦਾ ਅਸੀਂ ਧਿਆਨ ਨਹੀਂ ਕਰਨਾ ਹੈਗਾ, ਠੀਕ ਹੈ। ਜਦੋਂ ਅਸੀਂ ਬੋਲਦੇ ਆ ਸ਼ਖਸ ਤੇ ਜਿਹੜਾ ਆਪਣਾ ਹਸਬੈਂਡ ਜਾਂ ਵਾਈਫ ਹੈ, ਆਪਾਂ ਉਹਦੀ ਸਿਰਫ 24 ਘੰਟੇ ਉਹਨੂੰ ਗਲਤੀ ਨਹੀਂ ਅਹਿਸਾਸ ਦੇਈ ਜਾਣੀ ਕਿ ਤੇਰੇ 'ਚ ਇਹ ਗਲਤ ਹੈ, ਇਹ ਗਲਤ ਹੈ, ਇਹ ਗਲਤ ਹੈ। ਇਹਦਾ ਮਤਲਬ ਅਸੀਂ ਉਹਨੂੰ ਕਮਜ਼ੋਰ ਕਰਨਾ। ਤੁਸੀਂ ਔਰ ਤੁਹਾਡਾ ਪਾਰਟਨਰ, ਤੁਹਾਡਾ ਸਪਾਊਸ ਜੋ ਹੈਗਾ, ਤੁਸੀਂ ਇੱਕ ਹੋ ਪਰਮੇਸ਼ਵਰ ਦੀ ਨਜ਼ਰ 'ਚ। ਜੇ ਉਹ ਕਮਜ਼ੋਰ ਹੁੰਦਾ ਆ, ਤੁਸੀਂ ਕਮਜ਼ੋਰ ਹੁੰਦੇ, ਤੁਸੀਂ ਕਮਜ਼ੋਰ ਹੁੰਦੇ, ਤੁਹਾਡੀ ਸ਼ਾਦੀ ਕਮਜ਼ੋਰ ਹੁੰਦੀ ਹੈ, ਤੁਹਾਡੀ ਸ਼ਾਦੀ ਕਮਜ਼ੋਰ ਹੁੰਦੀ, ਤੁਹਾਡਾ ਘਰ ਕਮਜ਼ੋਰ ਹੋਏਗਾ। ਇਸ ਗੱਲ ਤੇ ਆਪਾਂ ਸਾਰਿਆਂ ਨੇ ਧਿਆਨ ਰੱਖਣਾ ਹੈਗਾ। ਜਿੱਥੇ ਆਪਣੀ ਗਲਤੀ ਹੁੰਦੀ ਆਪਾਂ ਹੱਥ ਕੱਢ ਕੇ ਮੰਨਣਾ ਹੈ, ਆਪਾਂ ਆਦਮ ਵਾਂਗੂ ਨਹੀਂ ਕਰਨਾ ਹੈਗਾ। ਪਰਮੇਸ਼ਰ ਜਿਹੜੀ ਤੂੰ ਔਰਤ ਦਿੱਤੀ ਸੀਗੀ, ਗਾਂ ਏਦਾਂ ਨਹੀਂ ਕਰੀ ਜਾਣਾ। ਜਿੱਥੇ ਸਾਨੂੰ ਲੱਗਦਾ ਆ, ਠੀਕ ਹੈ, ਅਸੀਂ ਗਲਤ ਹੈਗੇ ਆ, ਅਸੀਂ ਗਲਤੀ ਮੰਨਣੀ ਹੈ, ਠੀਕ ਹੈ ਨਾ। ਮੈਨੂੰ ਬਹੁਤ ਔਖਾ ਲੱਗਦਾ ਹੁੰਦਾ ਸੀ ਸੌਰੀ ਕਹਿਣਾ, ਕਿ ਮੈਨੂੰ ਮਾਫ ਕਰੋ, ਮੇਰੇ ਤੋਂ ਗਲਤੀ ਹੁੰਦੀ ਹੈ, ਹੋਇਆ। ਮੈਨੂੰ ਬਹੁਤ ਔਖਾ, ਮੈਨੂੰ ਲੱਗਦਾ ਸੀ ਇਹ ਬਹੁਤ ਵੱਡੀ ਕਮਜ਼ੋਰੀ ਹੈ। ਪਰ ਆਪਣੀ ਗਲਤੀ ਕਰਨੀ ਪਰਮੇਸ਼ਰ ਦੇ ਵਿੱਚ ਕਮਜ਼ੋਰੀ ਨਹੀਂ ਹੈ। ਜਦੋਂ ਅਸੀਂ ਪਰਮੇਸ਼ਰ ਦੇ ਹਜ਼ੂਰੀ ਵਿੱਚ ਗਲਤੀ ਕਰਦੇ ਸੀ ਕਿ ਇਹਨੇ ਹਮ ਸੌਰੀ ਨਹੀਂ ਕਹਿੰਦੇ ਪਿਤਾ ਨੂੰ, ਪਰਮੇਸ਼ਰ ਨੂੰ ਤੋਬਾ ਕਰਦਾ, ਠੀਕ ਹੈ ਨਾ। ਸੋ ਅਸੀਂ ਕੀ ਆ, ਅਗਰ ਅਸੀਂ ਏਦਾਂ ਕਰਾਂਗੇ, ਠੀਕ ਹੈ ਨਾ, ਅਸੀਂ ਬੱਚਿਆਂ ਨੂੰ ਵੀ ਇਹ ਸਿਖਾਵਾਂਗੇ। ਮੈਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਇੱਥੇ ਰੀਅਲੀ, ਕਿਉਂਕਿ ਮੈਂ ਇਕੱਲੀ ਕੁੜੀ ਹਾਂ, ਮੇਰਾ ਨਾ ਬਾਪ ਸੀ, ਛੋਟੀ ਹੁੰਦਾ ਨਾ ਭਰਾ ਸੀ। ਸੋ ਮੈਨੂੰ ਲੱਗਦਾ ਸੀ ਕਿ ਨਹੀਂ ਰੋਗ ਨਾ ਰਹਿਣਾ ਆ ਕਾਈਂਡ ਆਫ ਥਿੰਗ, ਲੇਕਿਨ ਨੁਕਸਾਨ ਕਿਹਨੂੰ ਆ, ਸਾਨੂੰ ਹੈ। ਸੋ ਅਸੀਂ ਨੁਕਸਾਨ ਨਹੀਂ ਕਰਨਾ ਨਾ, ਅਸੀਂ ਜੋ ਜਿੱਥੇ ਗਲਤੀ ਹੁੰਦੀ ਗਾਂ ਤੋਂ ਗਾਂ ਕਰੀ ਜਾਣਾ ਹੈ। ਔਰ ਦੂਸਰੀ ਗੱਲ ਕੀ ਹੈ ਕਿ ਅਸੀਂ ਆਪਦੀ ਸ਼ਾਦੀ ਵਿੱਚ, ਆਪਦੀ ਕਾਰ ਵਿੱਚ ਅਸੀਂ ਇਨਵੈਸਟ ਕਰਨਾ। ਅਸੀਂ ਐਫਡੀਆਂ ਤਾਂ ਬਹੁਤ ਕਰਾਈ ਜਾਂਦੇ ਆ, ਲੇਕਿਨ ਸ਼ਾਦੀ ਦੀ ਕਦੀ ਐਫਡੀ ਕਰਾਈ ਆ ਕਿ ਗਾਂ ਜਾ ਕੇ 7 ਸਾਲਾਂ ਜਾ ਕੇ ਸਾਡੀ ਸ਼ਾਦੀ ਮਜ਼ਬੂਤ ਹੋਵੇ, ਸਾਡਾ ਘਰਾਣਾ ਮਜ਼ਬੂਤ ਹੋਵੇ, ਸਾਡੇ ਬੱਚੇ ਮਜ਼ਬੂਤ ਹੋਣ। ਅਸੀਂ ਇਨਵੈਸਟ ਕਰਨਾ ਹੈ। ਸੈਮੀਨਾਰ ਤੇ ਜੋ ਤੁਸੀਂ ਅਟੈਂਡ ਕਰ ਰਹੇ ਹੋ ਅੱਜ ਕੀਤਾ ਆ, ਸ਼ਾਬਾਸ਼ ਹੈ ਤੁਹਾਡੀ, ਪਰ ਇੱਥੇ ਅਸੀਂ ਰੁਕਣਾ ਨਹੀਂ। ਅਸੀਂ ਪਰਮੇਸ਼ਰ ਦੇ ਵਚਨ ਵਿੱਚ ਹੋਰ ਜਾਣਾ ਕਿ ਪਰਮੇਸ਼ਰ ਘਰ ਬਾਰੇ ਕੀ ਕਹਿੰਦਾ ਆ, ਠੀਕ ਹੈ ਨਾ। ਅਗਰ ਅਸੀਂ ਇੱਧਰ ਉੱਧਰ ਸਾਰੇ ਪਾਸੇ ਨੱਠੀ ਜਾਂਦੇ, ਸਾਡਾ ਘਰ ਹੀ ਟੁੱਟਣ ਡਿਆ ਆ, ਸਾਡੀ ਹਸਬੈਂਡ ਜਾਂ ਵਾਈਫ ਹੀ ਕਮਜ਼ੋਰ ਹੋਈ ਜਾਂਦੇ, ਸਾਡੇ ਬੱਚੇ ਹੀ ਕਮਜ਼ੋਰ ਹੋ ਜਾਂਦਾ ਆ, ਸਾਨੂੰ ਫਾਇਦਾ ਕੀ ਹੈ, ਠੀਕ ਹੈ। ਸੋ ਅਸੀਂ ਕਿਹਾ ਪਰਮੇਸ਼ਰ ਚਾਹੁੰਦਾ ਪਰਿਵਾਰ, ਅਸੀਂ ਚੰਗਾ ਪਰਿਵਾਰ ਬੜੇ ਹੋਣਾ ਆ, ਅਸੀਂ ਚੰਗਾ ਪਰਿਵਾਰ ਵਿੱਚ ਖੜੇ ਕਰਨਾ ਆ। ਔਰ ਅਸੀਂ ਏਦਾਂ ਨਹੀਂ ਕਹਿ ਸਕਦੇ ਮੈਂ ਪਿਆਰ ਵਿੱਚ ਨਹੀਂ, ਇਸ ਲਈ ਨਹੀਂ ਚਾਹ ਰਿਹਾ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਪਰਮੇਸ਼ਰ ਨੇ ਆਪਦਾ ਪਿਆਰ ਸਾਡੇ ਦਿਲਾਂ ਤੇ ਪਾ ਦਿੱਤਾ। ਹੁਣ ਅਗਰ ਮੇਰਾ ਪਤੀ ਕੋਈ ਗਲਤੀ ਕਰਦਾ, ਮੈਂ ਇੱਥੇ ਨਹੀਂ ਇਲਜ਼ਾਮ ਦੇ ਸਕਦੀ ਕਿ ਮੈਂ ਇਸ ਕਰਕੇ ਨਹੀਂ ਪਿਆਰ ਵਿੱਚ ਚੱਲ ਰਹੀ ਕਰਕੇ ਇਹ ਗਲਤ ਹੈ। ਅਸੀਂ ਆਪਣੀ ਜ਼ਿੰਮੇਵਾਰੀ ਚੁੱਕਣੀ ਹੈ, ਠੀਕ ਹੈ। ਆਪਣੇ ਸੁਭਾਅ ਦੀ, ਆਪਣੀ ਆਦਤ ਦੀ ਅਸੀਂ ਖੁਦ ਜ਼ਿੰਮੇਵਾਰੀ ਚੁੱਕਣੀ ਹੈਗੀ ਆ। ਔਰ ਜੋ ਤੁਹਾਡੀ ਸ਼ਾਦੀ ਹੋਈ ਹੈਗੀ ਆ, ਇੱਥੇ ਇਹ ਸਿਰਫ ਇੱਕ ਹੀ ਪਲਾਨ ਹੈ, ਤੁਹਾਡੀ ਸ਼ਾਦੀ ਹੋਗੀ, ਪਰਮੇਸ਼ਰ ਦਾ ਧੰਨਵਾਦ ਕਰੋ, ਇੱਕ ਬਰਕਤ ਦਾ ਯੋਜਨਾ ਹੈਗੀ ਆ, ਠੀਕ ਹੈ ਨਾ। ਔਰ ਸ਼ਾਦੀ ਤੋਂ ਬਾਅਦ ਕੋਈ ਪਲਾਨ ਦੋ ਨਹੀਂਗਾ, ਏਦਾਂ ਨਹੀਂ ਇੱਕ ਘਰ ਵਾਲੇ ਇੱਕ ਬਾਹਰ ਵਾਲੇ, ਕੋਈ ਪਲਾਨ ਨਹੀਂ। ਇਹ ਤੁਹਾਡੀ ਕੀ ਕਹਿੰਦੇ ਹੁੰਦੇ ਆ, ਰਿਬ ਪਲਸ ਪਸਲੀ ਤੋਂ ਕੱਢੀ ਹੈ, ਇਹ ਤੁਹਾਡੀ ਅਸਲੀ ਹੈ, ਠੀਕ ਹੈ। ਜਿਹੜੀ ਤੁਹਾਡੀ ਪਸਲੀ ਚੋਂ ਨਿਕਲੀ ਹੈ ਅਸਲੀ ਹੈ, ਹੋਰ ਆਪਾਂ ਨੂੰ ਲੱਭਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਓਕੇ, ਸੋ ਆਪਾਂ ਕੀ ਆ, ਠੀਕ ਹੈ ਮੇਰੇ ਭਰਾਓ, ਜਦੋਂ ਅਸੀਂ ਪਰਮੇਸ਼ਰ ਨੂੰ ਸਭ ਤੋਂ ਉੱਤਮ ਪਿਆਰ ਕਰਦੇ ਆ, ਠੀਕ ਹੈ ਨਾ, ਸਭ ਤੋਂ ਉੱਤਮ ਆਪਣੀ ਜ਼ਿੰਦਗੀ 'ਚ ਰੱਖਦੇ ਆ, ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ, ਫਿਰ ਕੀ ਹੋਏਗਾ, ਅਸੀਂ ਸਭ ਤੋਂ ਤੁਸੀਂ ਚੰਗੇ ਪਤੀ ਬਣੋਗੇ। ਸੋ ਜਦ ਤੱਕ ਮੇਰੇ ਭੈਣ ਤੁਸੀਂ ਸ਼ਾਇਦ ਚਾਹੁੰਦੇ ਹੋ ਕਿ ਮੇਰਾ ਪਤੀ ਸਭ ਤੋਂ ਪਿਆਰ ਕਰੇ, ਨਹੀਂ, ਸਭ ਤੋਂ ਉੱਤਮ ਉਹਦਾ ਹੌਸਲਾ ਵਧਾਓ ਕਿ ਉਹ ਪਰਮੇਸ਼ਰ ਨੂੰ ਪਿਆਰ ਕਰੇ। ਜਦੋਂ ਪਰਮੇਸ਼ਰ ਨੂੰ ਪਿਆਰ ਕਰੇਗਾ ਉਹੀ ਪਿਆਰ ਤੁਹਾਡੇ ਵਿੱਚ ਆਏਗਾ, ਠੀਕ ਹੈ। ਸੋ ਆਪਾਂ ਆਪਦੇ ਪਤੀ ਦਾ ਹੌਸਲਾ ਵਧਾਉਣਾ, ਸ਼ਬਦ ਚੰਗੇ ਬੋਲਣੇ ਕਿ ਪਰਮੇਸ਼ਰ ਦੀ ਹਜ਼ੂਰੀ 'ਚ ਚੱਲਣਾ। ਆਹ ਮੈਂ ਤੇਰਾ ਹੱਥ ਫੜਦੀ ਹਾਂ, ਆਹ ਆਪਾਂ ਇਕੱਠੇ ਦੁਆ ਕਰਦੇ ਹਾਂ, ਆਹ ਆਪਾਂ ਰਲ ਕੇ, ਠੀਕ ਹੈ ਨਾ, ਪਰਮੇਸ਼ਰ ਦੀ ਹਜ਼ੂਰੀ ਵਿੱਚ ਚੱਲੀਏ, ਕਿਉਂਕਿ ਤੁਸੀਂ ਇੱਕ ਦੂਸਰੇ ਨਾਲ ਕੋਵਰੈਂਟ ਕੀਤਾ, ਤੁਸੀਂ ਇੱਕ ਦੂਸਰੇ ਲਈ ਜ਼ਿੰਮੇਵਾਰ ਹੋ, ਇੱਕ ਦੂਸਰੇ ਲਈ। ਔਰ
जो आदमी और जिदा ਆਪਾਂ देखा कि परमेश्वर ने आदमी और औरत दोनों बनाए ने और दोनों का सुभाव अलग है, ठीक है ना। और जो आदमी है वो जो मुसीबत आंदियां ने जिंदगी विच वो हल करना चाहते ने, ठीक है। जो आदमी है वो मुसीबत उन्होंने जिंदगी आंदियां वो हल करना चाहते ने, लेकिन जो औरतां है जो मुसीबत आंदियां उन्होंने बारे गल करना चाहदियां ने, ठीक है। और जो आदमी है उन्होंने एडवेंचर पसंद है, सानू औरतां नू ड्रामा पसंद है, ठीक है। सो सानू परमेश्वर ने बनाया है, लेकिन असी चंगा जिम्मेवारी चक के जो असी करते परमेश्वर लिए करना है, परमेश्वर दे लई आपदी शादी लिए असी जिम्मेवारी लेनी है। और अगर तुहाडा हस्बैंड चाहे वाइफ है, ठीक है ना, अपने आप नू पिछे रख दिया तुहाडे कोलों, तुसी नहीं रखना। पति तुहाडा है, ठीक है ना, तुहाडी वाइफ है, ते अगर वो पिछे अपने आप नू रख दिया तुसी नहीं रखना। अगर तुसी एक शरीर हो, ठीक है, एक परमेश्वर तुहानू एक कहंदा है, सो एदा मतलब साडा अड-अड अकाउंट नहीं गा, साडा ना पैसे अलग ना परिवार अलग, असी एक है और साडा सारा कुछ एक है दोनों दा। और असी अपने आप नू पीछे नहीं रखना हैगा, ठीक है ना, आपदे हस्बैंड को अपनी वाइफ को। और कोई भी शख्स परमेश्वर दे प्यार तो ज्यादा चिर दूर नहीं रह सकता अगर तुसी च मैं चलदे हो परमेश्वर दे प्यार च। परमेश्वर दा प्यार तो दुनिया पालदी है, परमेश्वर रोशनी है। और अगर असी प्यार परमेश्वर दे प्यार विच चलांगे, ठीक है ना, साडा हस्बैंड चाहे वाइफ पिछे ज्यादा चਿਰ रह सकणगे। तुसी रोशनी हो, यू नो। साडी जो शादी हुई है, असी सानू पुछते बहुते लोग कि साडी लव मैरिज है कि अरेंज मैरिज है। साडी 50-50 है, इन्हां दे ऑल्सो 50% लव है, मेरी साइड तो 50% अरेंज है। नहीं, मैं इदा कहना भी अरेंज मैरिज है, असी आप ही अरेंज कीती सी। ठीक है, ठीक है ना। जो तुहाडी लव अरेंज है, एक तुहाडा परमेश्वर दे विच हुण रिश्ता, तुसीं दोनों एक हो, तुसीं आपदी शादी विच पाना है। हुण अगर असीं कड्ढण दी कोशिश करांगे बीजण तो बिना, असीं कुछ वड़ नहीं पावांगे। और असीं जो परमेश्वर दे प्यार विच चलांगे, परमेश्वर दा प्यार उन्हां दी जिंदगी विच काम करेगा। परमेश्वर दा जो प्यार है, जो सच्चा है, वो जिंदगियां बदलदा है करके। ताड़ी जिंदगी बदली, मेरी जिंदगी बदली है। ओके, जेनेसिस असीं 2:24 पढ़ांगे। उत्पत्ति उहदा दूसरा अध्याय और उहदी 24 आयत जी जी। हालेलुया। मती उत्पत्ति दूसरा अध्याय 24 आयत। सो मर्द अपने मापे छड्ड के अपनी तीवी नाल मिलिया रहेगा अते वो एक शरीर होणगे। Therefore a man shall leave God, ये अपने मापे छड्ड के, मापे, ओके, आपदे मापे छड्ड के आपदी वाइफ नाल की होएगा, मिलिया रहेगा। ओके, अंग्रेजी च कि join to his wife। सो परमेश्वर दा वचन कहंदा कि एक आदमी, एदा मतलब नहीं तुसीं घर छड्ड के चल जाओ, ठीक है ना। समझना है हुण इदां ना होए कि तुसीं मीटिंग तो छड्ड के कदों मैं बस कपड़े आपदे बन्ने ते हुण जा रहे क्योंकि पास्टर ट्रेसी कहंदी सी। नहीं नहीं नहीं, आपां सही समझना है। ओके, सो परमेश्वर दा वचन की कहंदा है, ठीक है ना, कि जो बंदे दी शादी हो जाती है, ठीक है ना, उन्हें आपदे जिहड़े मम्मी डैडी ने, क्योंकि पहलों तुसीं उहदे थल्ले हुंदे आ, ठीक है ना, सलाह मंगदे आ की करना, सब कुछ असीं सलाह करदे आ। लेकिन जो तुहाडी शादी हो जाती है, तुसीं आपदी वाइफ नाल एक होना। और सेम गल जो तुसीं पत्नी आओ, तुसीं आपदे हस्बैंड नाल एक होना है, ठीक है ना, एक सोच विच, दर्शन विच, ठीक है ना। सो तुहाडी एकता ही होनी चाहिए, तुसीं एक बन के बनना हैगा। सो इहदे नाल की हुंदा आ, आपां अगे देखांगे, ठीक है ना। साडे घरां च ज्यादा प्रॉब्लम तां करके आंदी कि सानू पता नहीं साडी पोजीशन की है। अगर असीं आपदे मम्मी डैडी तो जिद्दां कहंदे लीव नहीं करदे हैगे, ਇਹਦਾ मतलब तुसी अपने पैरों ते खड़े होना। ਇਹਦਾ मतलब तुसी देखना परमेश्वर तू मेरे लिए की चाहना है, ठीक है ना। ਇਹਦਾ मतलब
ਤੁਸੀਂ ਆਦੀ ਤੁਸੀਂ ਆਲਰੇਡੀ ਹੋਰ ਕਿਸੇ ਨਾਲ ਇੱਕ ਹੋ, ਤੁਸੀਂ ਆਦੀ ਵਾਈਫ ਨਾਲ ਕਿੱਦਾਂ ਇੱਕ ਹੋ ਸਕੋਗੇ? ਔਰ ਸੇਮ ਗੱਲ ਮੇਰੇ ਭੈਣਾਂ ਨੂੰ, ਅਗਰ ਤੁਸੀਂ ਆਦੇ ਮੰਮੀ ਡੈਡੀ ਨਾਲ ਭੈਣਾਂ ਦੇ ਪਤੀ ਨਾਲ ਇੱਕ ਨਹੀਂ ਹੋ ਸਕਦੇ, ਤੁਹਾਨੂੰ ਸ਼ਾਦੀ ਤੋਂ ਬਾਅਦ ਬਾਉਂਡਰੀ ਲਾਣੀ ਪੈਂਦੀ ਹੈ। ਠੀਕ ਹੈ ਕਿ ਇਦਾਂ ਨਹੀਂ ਜੋ ਤੁਹਾਡੇ ਹਸਬੰਡ ਤੁਹਾਡੇ ਚ ਹੁੰਦਾ ਤੁਸੀਂ ਸਾਰੇ ਆਪਾਂ ਇੱਧਰ ਉੱਧਰ ਸੀ, ਅਸੀਂ ਇੱਕ ਹੋਣਾ, ਇੱਕ ਦੂਸਰੇ ਨੂੰ ਢਕਣਾ ਹੈ, ਇੱਕ ਦੂਸਰੇ ਨੂੰ ਨੰਗਾ ਨਹੀਂ ਕਰਨਾ ਹੈਗਾ। ਠੀਕ ਹੈ, ਦੂਸਰੇ ਨੂੰ ਨੰਗਾ ਕਰਾਂਗੇ ਤਾਂ ਸਭ ਕੁਝ ਕਰ ਰਹੇ ਹੋ। ਸੋ ਆਪਾਂ ਬਹੁਤ ਧਿਆਨ ਰੱਖਣਾ। ਓਕੇ, ਵਧਦੇ ਹੋਏ ਅਸੀਂ 5 ਚੀਜ਼ਾਂ 5 ਏਰੀਆ ਦੇਖਾਂਗੇ ਜਿੱਥੇ ਸ਼ਾਦੀ ਵਿੱਚ ਹੁੰਦੇ ਨੇ, ਘਰਾਂ ਚ ਹੁੰਦੇ ਨੇ, ਕਾਤੇ ਹੁੰਦੇ ਨੇ, ਔਰ ਇਹਨਾਂ ਤੇ ਅਸੀਂ ਫਤਿਹ ਕਿੱਦਾਂ ਪਾਣੀ ਆ। ਠੀਕ ਹੈ ਨਾ। ਸੋ ਜਿਹੜਾ ਪਹਿਲਾ ਆ ਉਹ ਇਹ ਮਾਨ ਹੈ ਜੋ ਪਰਮੇਸ਼ਵਰ ਦਿੱਤੇ। ਇਹਦੇ ਅੱਡ ਲੈਵਲ ਹੁੰਦੇ ਨੇ। ਜਦੋਂ ਸਾਡਾ ਹਸਬੈਂਡ ਵਾਈਫ ਦਾ ਅੱਡ ਫੇਥ ਹੁੰਦਾ, ਲੈਵਲ ਅੱਡ ਹੁੰਦਾ। ਠੀਕ ਹੈ ਨਾ, ਇੱਕ ਤਾਂ ਜ਼ਿਆਦਾ ਥੋੜਾ ਹੋ ਸਕਦਾ। ਇਹਦਾ ਮਤਲਬ ਤੁਹਾਡਾ ਸੋਚਣੀ ਅਲੱਗ ਹੋਣੀ ਆ, ਤੁਹਾਡਾ ਵਿਸ਼ਵਾਸ ਅਲੱਗ ਹੋਣਾ। ਤੁਸੀਂ ਫਿਰ ਤੁਹਾਡੇ ਵਿੱਚ ਝਗੜਾ ਹੋਣ ਦੀ ਬਹੁਤ ਕੀ ਹੋ ਸਕਦੇ ਨੇ। ਠੀਕ ਹੈ ਨਾ, ਤੁਹਾਨੂੰ ਐਗਜ਼ਾਮਪਲ ਦਿੰਨੀ ਆ। ਜਦੋਂ ਸਾਡੀ ਸ਼ਾਦੀ ਹੋਈ ਸੀ, ਇਹਨਾਂ ਦਾ ਵਿਸ਼ਵਾਸ ਮੇਰੇ ਤੋਂ ਬਹੁਤ ਜ਼ਿਆਦਾ ਸੀ, ਸਾਡੇ ਚ ਗੱਪ ਬਹੁਤ ਸੀ। ਮੈਂ ਹਜੇ ਔਰ ਇਹਨਾਂ ਨੂੰ ਸਿਰਫ ਹੁੰਦਾ ਸੀ ਮੈਂ ਪਰਮੇਸ਼ਵਰ ਦੀ ਖਿਦਮਤ ਕਰਨੀ, ਮੈਂ ਪਰਮੇਸ਼ਵਰ ਦਾ ਵਚਨ ਸੁਣਾਣਾ, ਮੈਂ ਪਰਮੇਸ਼ਵਰ ਦੀ ਬਾਦਸ਼ਾਹੀ ਚਾਹੁੰਦਾ ਆ। ਠੀਕ ਹੈ ਨਾ, ਔਰ ਮੈਨੂੰ ਸੀ ਮੈਂ ਇਹਦੇ ਨਾਲ ਕੀ ਹੁੰਦਾ ਸੀ, ਸਾਡਾ ਝਗੜਾ ਹੁੰਦਾ ਸੀ। ਠੀਕ ਹੈ ਨਾ, ਔਰ ਅਗਰ ਤੁਸੀਂ ਪਰਮੇਸ਼ਵਰ ਚ ਕੋਈ ਵੀ ਹਸਬੈਂਡ ਚ ਵਾਈਫ ਤੁਸੀਂ ਜ਼ਿਆਦਾ, ਤੁਹਾਡੀ ਜ਼ਿੰਮੇਵਾਰੀ ਹੈ ਪਤੀ ਜਾਂ ਪਤਨੀ ਉਹਨੂੰ ਸੇਮ ਲੈਵਲ ਤੇ ਲੈ ਕੇ ਆਉਣਾ। ਠੀਕ ਹੈ ਨਾ, ਇਹਦੇ ਨਾਲ ਕੀ ਹੋਏਗਾ, ਤੁਹਾਡਾ ਫੇਥ ਇੱਕ ਹੋਏਗਾ, ਤੁਹਾਡੀ ਅੰਡਰਸਟੈਂਡ ਸਮਝ ਇੱਕ ਹੋਏਗੀ, ਤੁਸੀਂ ਇੱਕ ਦੂਸਰੇ ਨੂੰ ਸਮਝ ਸਕੋਗੇ, ਇੱਕ ਦੂਸਰੇ ਦਾ ਹੌਸਲਾ ਵਧਾ ਸਕੋਗੇ ਜ਼ਿਆਦਾ। ਠੀਕ ਹੈ ਨਾ, ਔਰ ਅੱਗੇ ਤੁਸੀਂ ਚੱਲ ਸਕੋਗੇ। ਇਹਦਾ ਮਤਲਬ ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ ਆਪਣੇ ਹਸਬੈਂਡ ਵਾਈਫ ਲਈ। ਸਾਡੀ ਜ਼ਿੰਮੇਵਾਰੀ ਆ, ਪਾਦਰੀ ਦੇ ਬਾਅਦ ਵਿੱਚ ਜ਼ਿੰਮੇਵਾਰੀ ਤੁਹਾਡੀ ਪਹਿਲੀ ਹੈ, ਉਹ ਤੁਹਾਡੀ ਪਤਨੀ ਹੈ। ਅਗਰ ਤੁਹਾਡਾ ਪਤੀ ਹੈ, ਪਹਿਲਾਂ ਜ਼ਿੰਮੇਵਾਰੀ ਤੁਹਾਡੀ ਹੈ। ਠੀਕ ਹੈ ਨਾ, ਤੁਸੀਂ 7 ਦਿਨ ਆਪ ਇੱਕ ਦੂਸਰੇ ਨਾਲ ਰਹਿੰਦੇ ਹੋ। ਠੀਕ ਹੈ ਨਾ, ਸੋ ਰਲ ਕੇ ਦੁਆ ਕਰਨੀ, ਨਾਲ ਕੇ ਆਓ ਵਚਨ ਪੜ੍ਹੀਏ, ਆਓ ਪਰਮੇਸ਼ਵਰ ਦੇ ਰਲ ਕੇ ਹਜ਼ੂਰੀ ਵਿੱਚ ਚਲੀਏ, ਆਓ ਦੇਖੀਏ ਪਰਮੇਸ਼ਵਰ ਦਾ ਵਚਨ ਸਾਡੇ ਪਰਿਵਾਰ ਲਈ ਕੀ ਗੱਲ ਕਹਿੰਦਾ ਹੈ। ਸੋ ਇਹਦੇ ਨਾਲ ਠੀਕ ਹੈ ਨਾ, ਅਗਰ ਸਾਡੀ ਨੀਂਹ ਗਲਤ ਹੈ ਤਾਂ ਸਾਡਾ ਘਰ ਕਿੱਦਾਂ ਖੜਾ ਹੋਏਗਾ। ਠੀਕ ਹੈ ਨਾ, ਇਹਦਾ ਮਤਲਬ ਨਹੀਂ ਮੈਂ ਸੇਵਕਾਈ ਤੇ ਜਾਣਾ, ਤੂੰ ਘਰੇ ਬੈਠੀ ਰਹਿ। ਅਗਰ ਤੁਸੀਂ ਉਹਨੂੰ ਨਾਲ ਲੈ ਕੇ ਤੁਰੋਗੇ, ਤੁਸੀਂ ਫੱਟੇ ਚੱਕੋਗੇ। ਠੀਕ ਹੈ ਨਾ, ਸਭ ਤੋਂ ਕਿਉਂਕਿ ਜਦੋਂ ਲੋਕ ਤੁਹਾਡੀ ਵਾਈਫ ਨੂੰ ਦੇਖਦੇ ਆ, ਉਹ ਤੁਹਾਨੂੰ ਦੇਖ ਰਹੇ ਤੁਸੀਂ ਕਿੱਦਾਂ ਦੇ ਲੀਡਰ ਹੋ। ਤੁਹਾਡੀ ਵਾਈਫ ਦੇਖ ਕੇ ਪਤਾ ਲੱਗਦਾ ਕਿ ਤੁਸੀਂ ਕਿੱਦਾਂ ਦੇ ਹੈਡ ਹੋ। ਅਗਰ ਤੁਸੀਂ ਵਾਈਫ ਹੋ, ਪਤਨੀ ਹੋ, ਤੁਹਾਡਾ ਪਤੀ ਦੇਖ ਕੇ ਲੋਕਾਂ ਨੂੰ ਪਤਾ ਲੱਗ ਜਾਂਦਾ ਤੁਸੀਂ ਕਿੱਦਾਂ ਦੀ ਪਤਨੀ ਹੋ। ਤੁਸੀਂ ਇੱਕ ਦੂਸਰੇ ਲਈ ਇੱਕ ਤਸਵੀਰ ਹੋ। ਠੀਕ ਹੈ ਨਾ, ਸੋ ਇਸ ਗੱਲ ਕੇ ਆਪਾਂ ਰਲ ਕੇ ਚੱਲਣਾ ਆ। ਸਾਡੇ ਚ ਕੋਈ ਵੱਡਾ ਛੋਟਾ ਨਹੀਂ, ਅਸੀਂ ਪਰਮੇਸ਼ਵਰ ਦੇ ਸਰੂਪ ਤੇ ਬਣਾਏ ਗਏ ਆ। ਆਪੇ ਆਦਮੀ ਔਰ ਔਰਤ ਆਪਣੇ ਦੋਨੋਂ ਬਣਾਏ ਗਏ ਆ। ਸੋ ਆਪਾਂ ਏਦਾਂ ਨਹੀਂ ਸੋਚੀ ਨਾ ਤੂੰ ਮਰਦ ਹੈ ਤੂੰ ਔਰਤ ਹੈ, ਅਸੀਂ ਰਲ ਕੇ ਇੱਕ ਪਰਿਵਾਰ ਹੈ। ਸੋ ਇਸ ਗੱਲ ਦਾ ਆਪਾਂ ਧਿਆਨ ਰੱਖਣਾ। ਓਕੇ, ਨੰਬਰ 2 ਸੌਰੀ, ਇਸ ਤੋਂ ਪਹਿਲਾਂ ਪਾਸਟਰ ਇਸ ਨੰਬਰ 2 ਮੈਂ ਜ਼ਰੂਰ ਚਾਹੁੰਦਾ, ਮੈਂ ਵੀ ਇਸ ਚੀਜ਼ ਤੇ ਹੰਬਲੀ ਰਿਕੁਐਸਟ ਕਰਨਾ ਚਾਹੁੰਦਾ, ਖਾਸ ਤੌਰ ਤੇ ਸਾਡੇ ਕਲਚਰ ਨੂੰ, ਕਿਉਂਕਿ ਸਾਡੇ ਕਲਚਰ ਵਾਈਜ਼ ਇਦਾਂ ਹੁੰਦਾ ਕਿ ਜਿਸ ਕੰਮ ਨੂੰ ਭਾਈ ਕਰਦੇ ਨੇ, ਭੈਣਾਂ ਕਰਦੀਆਂ ਭੈਣਾਂ ਹੀ ਕਰਦੀਆਂ। ਸੋ ਪਲੀਜ਼ ਮੇਰੀ ਹੰਬਲੀ ਰਿਕੁਐਸਟ ਹੈ ਤੁਹਾਨੂੰ, ਖਾਸ ਤੌਰ ਤੇ ਜਿਹੜੇ ਪਾਸਟਰ ਆ, ਲੀਡਰ ਆ, ਔਰ ਜ਼ਰੂਰ ਅਸੀਂ ਆਪਣੇ ਆਪ ਨੂੰ ਵੀ ਇਦਾਂ ਕਰੀਏ ਕਿ ਆਪਣੇ ਪਾਰਟਨਰ ਜਿਹੜੇ ਆ ਉਹਨਾਂ ਨੂੰ ਅਸੀਂ ਵਧਾਈਏ। ਅਗਰ ਸਾਡੇ ਕੋਲ ਕੋਈ ਭੈਣਾਂ ਸੇਵਕਾਈ ਚ ਨੇ, ਲੇਡੀ ਪਾਸਟਰਸ ਨੇ, ਉਹਨਾਂ ਨੂੰ ਮੈਂ ਹੰਬਲੀ ਰਿਕੁਐਸਟ ਕਰਦਾ ਕਿ ਆਪਣੇ ਪਤੀ ਨੂੰ ਸਬਮਿਟ ਜ਼ਰੂਰ ਹੋਵੋ। ਜਿੱਥੋਂ ਅਸੀਂ ਰੋਂਗ ਹੋ ਜਾਂਦੀਆਂ ਉਹ ਇਹ ਆ ਕਿ ਉਹ ਪਤੀ ਨੂੰ ਸਬਮਿਟ ਨਹੀਂ ਹੁੰਦੀਆਂ। ਠੀਕ ਹੈ, ਤਾਂ ਦੂਸਰੇ ਪਾਸੇ ਭਾਈ ਜਿਹੜੇ ਪਤੀ ਨੇ, ਪਲੀਜ਼ ਤੁਸੀਂ ਵੀ ਜਿਹੜੇ ਸੇਵਕਾਈ ਕਰਦੇ ਹੋ ਆਪਣੀ ਪਤਨੀ ਨੂੰ ਨਾਲ ਜ਼ਰੂਰ ਵਧਾਓ। ਔਰ ਪਲੱਸ ਇਹੀ ਫਾਰਮੂਲਾ ਸਾਰੀਆਂ ਫੈਮਲੀਆਂ ਚ ਦਿਓ। ਅਗਰ ਅੱਜ ਬਹੁਤ ਸਾਰੀਆਂ ਫੈਮਲੀਆਂ ਅਗਰ ਟੁੱਟ ਰਹੀਆਂ ਨੇ, ਹੌਲੀ ਹੌਲੀ ਕਰਕੇ ਤੁਹਾਡੇ ਚਰਚੋਂ ਘਟ ਰਹੀਆਂ ਨੇ, ਤੇ ਜਾਂ ਭੈਣਾਂ ਜਿਹੜੀਆਂ ਚਰਚਾਂ ਆਉਂਦੀਆਂ ਉਹਨਾਂ ਨੂੰ ਪ੍ਰੋਬਲਮ ਆ ਰਹੀ, ਇਸ ਲਈ ਆ ਰਹੀ ਕਿਉਂਕਿ ਤੁਸੀਂ ਉਹਨਾਂ ਦੇ ਘਰ ਵਾਲਿਆਂ ਤੇ ਕੰਮ ਨਹੀਂ ਕਰ ਰਹੇ। ਠੀਕ ਹੈ, ਮੇਰਾ ਤੁਹਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਘਰਾਂ 'ਚ ਜਾਈਏ, ਅਪਰੋਚ ਕਰੀਏ, ਲੱਭੀਏ, ਪ੍ਰਭੂ ਕੋਲ ਬੈਠੀਏ ਕਿ ਪ੍ਰਭੂ ਜੀ ਕਿੱਦਾਂ ਉਹਨਾਂ ਦੇ ਜੀਵਨਾਂ 'ਚ ਕੰਮ ਹੋ ਸਕਦਾ ਹੈ। ਕਿਉਂਕਿ ਅਗਰ ਮੈਂ ਆਉਂਦਾ ਤੁਹਾਡੇ ਚਰਚ ਵਿੱਚ ਔਰ ਮੈਂ ਟੁੱਟੀਆਂ ਫੈਮਲੀਆਂ ਦੇਖਦਾ, ਤਾਂ ਮੈਂ ਤੁਸੀਂ ਭਾਵੇਂ 1000 ਬੰਦਾ ਵੀ ਇਕੱਠਾ ਕੀਤਾ ਹੋਵੇ, ਮੈਂ ਖੁਸ਼ ਨਹੀਂ ਹੋਵਾਂਗਾ। ਕਿਉਂ ਕਰਕੇ ਤੁਹਾਡੇ ਇਕੱਠੇ ਹੋਣ ਦਾ ਫਾਇਦਾ ਕੀ ਹੋਇਆ? ਏਡੇ ਵੱਡੇ ਕਲੀਸਿਆ ਇਕੱਠੇ ਕਰਨ ਦਾ ਕੀ ਫਾਇਦਾ ਜੇ ਤੁਹਾਡੇ ਪਰਿਵਾਰ ਟੁੱਟੇ ਆ? ਯਿਸੂ ਦੇਖਦਾ ਹੋਏਗਾ ਕਿ ਮੇਰਾ ਤੁਹਾਡੀ ਕੁਰਬਾਨੀ ਕਰਨ ਦਾ ਕੀ ਫਾਇਦਾ ਹੋਇਆ। ਠੀਕ ਹੈ, ਕਿ ਅਗਰ ਫੈਮਲੀਆਂ ਟੁੱਟ ਗਈਆਂ,
तो इसलिए जरूर आओ अपने जीवन साथी ਜਿਹੜੇ ਆ ਉਹਨਾਂ ਤੇ ਜਰੂਰ ਕੰਮ ਕਰੀਏ। ਜਦੋਂ ਆਪਾਂ ਆਪਣੇ ਜੀਵਨ ਸਾਥੀਆਂ ਤੇ ਕੰਮ ਕਰਾਂਗੇ ਫਿਰ ਆਪਾਂ ਆਪਣੇ ਬੱਚਿਆਂ ਤੇ ਕੰਮ ਕਰ ਸਕਾਂਗੇ। ਮਤਲਬ ਆਪਣੇ ਬੱਚਿਆਂ ਨੂੰ ਅਸੀਂ ਪ੍ਰਭੂ ਚ ਵਧਾ ਪਾਵਾਂਗੇ। ਜਦੋਂ ਆਪਣੇ ਬੱਚਿਆਂ ਨੂੰ ਪ੍ਰਭੂ ਚ ਵਧਾਵਾਂਗੇ ਇੱਕ ਪੂਰੀ ਫੈਮਿਲੀ ਸਵਰਗ ਬਣ ਜਾਏਗਾ। ਆਮੀਨ। ਜਦੋਂ ਅਸੀਂ ਦੇਖਦੇ ਹਾਂ, ਠੀਕ ਹੈ ਨਾ, ਜੈਨੇਸਿਸ 2:18 ਪढ़ ਸਕੋਗੇ ਤੁਸੀਂ ਪਲੀਜ਼? जी ओके। उत्पत्ति दूसरा अध्याय और ओदी 18 आयत जी वचन च इदां लिखिया, फिर यहोवा परमेश्वर ने आख्या नहीं कि आदमी इकल्ला रहे, सो मैं ओदे लई ओदे वांगू एक सहायकन बनावांगा। ओके, सो परमेश्वर ने देखा कि आदम जो बंदा सी कि, ठीक है ना, ये रख के ना वो जो वगैरह भी पीछे को करके रख दो। पैदाइश जेनेसिस दूसरा अध्याय और आयत। परमेश्वर ने देखा कि आदम दा कल्ला रहना चंगा नहीं। गीत की किताब जो तेरी वाइफ है, ओके, सो परमेश्वर ने देखा, ठीक है ना, कि आदम दा चंगा, ठीक है ना, सो परमेश्वर ने उन्होंने मददगार बनाया। सो गल जो तुसी शादी होई है, ठीक है ना, जी सब तो पहलो दुनिया ते पहले सब तो बड़ी मुसीबत सी जो तारी शादी तारी जिंदगी दा प्रॉब्लम दा जवाब है, और सॉल्यूशन है, और क्या है मदद कर रहे जिदा परमेश्वर कहंदा मदद कर दूंगा, साड़ी मदद कर ले। जो साड़ी है वो एक तस्वीर यीशु ने अपनी कलीसिया नूं किन्नी इस तरह जो ताड़ी ओ एक तस्वीर है, मददगार है, कादे लिए ताड़ी मदद कर ले कि तानू फलदार होर कर सके। तुसी पहले शादी करो, ठीक है ना, जो कराने तुसी एक दूसरे नाल पता कादे करांदे हो, बच्चे पैदा नहीं करले, तुसी शादी करांदे हो कि तुसी एक दूसरे नू फलदार कर सको। कम ऑन, एक दूसरे नू फलदार कर सको। जो तुसी पहलो नहीं, जो तुसी कल्ले नहीं कर सके, एक दूसरे दी असी जिंदगी फलदार करनी है। ओके, साडे कल्चर च ज्यादा की हुंदा कि नहीं, तिमियो चुप करके बैठी रहे, ठीक है ना, आदमी जो बाहर जांदा है, चाहे सेवका जांदा, चाहे काम ते जांदा, नहीं, असी एक दूसरे नू फलदार करना है। सारियां चीजां जो परमेश्वर ने बुलाहट दी साडे परिवार लई, असी मदद एक दूसरे फलदार ਨੂੰ मैं थोड़ा क्लियर कर दूंगा ताकि मेरे कोई भैन भरा गलत ना समझन। सो फलदार ਜਾਂ थोड़ा ना समझन, फलदार ਕਰਨ ਤੋਂ मतलब ਇਹ ਹੈ ਕਿ ਜਿਸ ਔਰਤ ਜਿਹੜੇ ਵੀ ਹੁਨਰ ਨੇ ਕੋਲ, ਜੋ ਵੀ ਉਹ ਕਰਨ ਦੀ ਤਾਕਤ ਰੱਖਦੀ ਆ, ਉਹਦੇ ਵਾਸਤੇ ਤੁਸੀਂ ਉਹਦੀ ਉਹਨਾਂ ਨੂੰ ਪੂਰਾ ਕਰ ਸਕੇ। ਇਹਦੇ ਜਿਸ ਮਰਦ ਨਾਲ ਉਹਦੀ ਸ਼ਾਦੀ ਹੁੰਦੀ ਹੈ, ਜਿਹੜੇ ਉਸ ਮਰਦ ਦੇ ਕੋਲ ਗੁਣ ਨੇ, ਉਹਦੇ ਕੋਲ ਹੁਨਰ ਹੈ, ਠੀਕ ਹੈ, तो ਉਹਦੀ ਖਾਸੀਅਤ ਹੈ, ਉਹ ਵਧਾਵੇ ਔਰ ਉਹਨੂੰ ਮਦਦ ਕਰੇ ਕਿ ਕਿੱਦਾਂ ਉਹਨਾਂ ਚੋਂ ਫਲਦਾਰ ਹੋ ਸਕਦਾ ਹੈ। ਜੀ ਬਰਕਤ ਕਿਹਨੂੰ ਮਿਲਣੀ ਹੈ? ਤੁਹਾਨੂੰ ਇੱਕ ਦੂਸਰੇ ਦੇ ਸ਼ਕੀਤੇ, ਉਹ ਤੁਹਾਡੇ ਘਰ ਚ, ਉਹ ਤੁਹਾਡੇ ਪਰਿਵਾਰ ਚ, ਉਹ ਤੁਹਾਡੇ ਬਿਜ਼ਨਸ ਵਿੱਚ ਤੁਹਾਨੂੰ ਉਹ ਤੁਹਾਡੀ ਮਦਦ ਕਰਨਗੇ, ਠੀਕ ਹੈ ਨਾ। ਸੋ ਇਸ ਗੱਲ ਦਾ ਆਪਾਂ ਸਾਰਿਆਂ ਨੇ ਧਿਆਨ ਰੱਖਣਾ, ਠੀਕ ਹੈ ਨਾ। ਸੋ ਤੁਸੀਂ ਫਲਦਾਰ ਕਰਨਾ। ਓਕੇ, ਜਦੋਂ ਸਾਡੀ ਪ੍ਰੋਬਲਮ ਆਉਂਦੀ, दूसरी प्रॉब्लम आ एक्सटेंडेड परिवार जी। सो ਤੁਹਾਡਾ ਨਜ਼ਦੀਕ ਦਾ ਪਰਿਵਾਰ ਹੋ ਸਕਦਾ, ਚਾਚੇ ਤਾਏ ਵਗੈਰਾ ਤੁਹਾਡਾ ਹੋ ਸਕਦਾ, ਦੋਨੋਂ ਸਾਈਡਾਂ ਤੋਂ ਹੋ ਸਕਦੇ ਆ। ਓਕੇ, ਜਿੱਦਾਂ ਇੱਕ ਬਾਉਂਡਰੀ ਹੁੰਦੀ ਆ, ਤੁਸੀਂ ਬਾਉਂਡਰੀ ਰੱਖਣੀ ਆ। ਏਦਾਂ ਨਹੀਂ ਘਰ ਚ ਤੁਹਾਡੇ ਆਪਸ ਵਿੱਚ ਕੋਈ ਵੀ ਗੱਲ ਹੁੰਦੀ ਪਹਿਲਾਂ ਨੱਠ ਕੇ ਕਿਸੇ ਨੂੰ ਦੱਸਣਾ ਹੈਗਾ। ਜਦੋਂ ਤੁਸੀਂ ਉਹਨੂੰ ਦੱਸਦੇ ਹੋ ਫਿਰ ਤੁਸੀਂ ਉਹਨਾਂ ਨੂੰ ਆਪਦੀ ਸ਼ਾਦੀ ਵਿੱਚ ਲੈ ਕੇ ਆਉਂਦੇ ਹੋ। ਸੋ ਅਸੀਂ ਸਾਰੇ ਨੇ ਧਿਆਨ ਰੱਖਣਾ ਆ, ਠੀਕ ਹੈ ਨਾ, ਇੱਕ ਦੂਸਰੇ ਨੂੰ ਅਸੀਂ ਟਕਣਾ, ਇੱਕ ਦੂਸਰੇ ਦੀ ਅਸੀਂ ਤੁਸੀਂ ਨੇਮ ਜੋ ਹੈਗਾ, ਜੋ ਕੋਵਨੈਂਟ ਹੈਗਾ, ਉਹ ਇੱਕ ਦੂਸਰੇ ਦੇ ਨਾਲ ਕੋਵਨੈਂਟ ਹੈ। ਮੰਮੀ ਡੈਡੀ ਨਾਲ ਕੋਵਨੈਂਟ ਨਹੀਂ, ਕੋਵਨੈਂਟ ਨਹੀਂ, ਇਹਦਾ ਮਤਲਬ ਤੁਹਾਡੇ ਬੱਚੇ ਨਾਲ ਤੁਹਾਡਾ ਨੇਮ ਨਹੀਂ, ਤੁਹਾਡੇ ਮੰਮੀ ਡੈਡੀ ਨਾਲ ਨੇਮ ਨਹੀਂ। ਪਰਮੇਸ਼ਰ ਦਾ ਵਚਨ ਇਹ ਕਹਿੰਦਾ ਆ, ਸਾਡਾ ਨੇਮ ਇੱਕ ਦੂਸਰੇ ਦੇ ਨਾਲ ਹੈ। ਇਹਦੀ ਅਸੀਂ ਰੱਖਿਆ ਕਰਨੀ ਆ, ਇਹਦੀ ਅਸੀਂ ਜ਼ਿੰਮੇਵਾਰੀ ਲੈਣੀ, ਇਹਨੂੰ ਅਸੀਂ ਪ੍ਰੋਟੈਕਟ ਕਰਨਾ ਹੈ। ਜਦੋਂ ਅਸੀਂ ਪ੍ਰੋਟੈਕਟ ਕਰਾਂਗੇ, ਆਪਦੇ ਘਰ ਨੂੰ ਅਸੀਂ ਪ੍ਰੋਟੈਕਟ ਕਰਾਂਗੇ। ਇਹਦਾ ਅਸੀਂ ਸਾਰਿਆਂ ਨੇ ਇਸ ਗੱਲ ਦਾ ਅਸੀਂ ਧਿਆਨ ਰੱਖਣਾ ਹੈ।
ठीक है ना। परमेश्वर का वचन ने साफ किया कि आदमी जो है, ठीक है ना, ਉਹਦੀ ਮੰਮੀ ਡੈਡੀ ਨੂੰ ਛੱਡ ਕੇ ਆਦੀ ਵਾਈਫ ਨਾਲ ਇੱਕ ਹੋ ਜਾਏ। ਸੋ ਅਸੀਂ ਸਕਦੇ ਹਾਂ, ਪਰ 24 ਘੰਟੇ ਅਸੀਂ ਇਨਵਾਈਟ ਨਹੀਂ ਕਰਨਾ ਬਾਹਰੇ ਲੋਕਾਂ ਨੂੰ ਆਪਣੀ ਸ਼ਾਦੀ ਵਿੱਚ। ਸੋ ਆਓ ਆਪਾਂ ਰਲ ਕੇ ਇਹਦੇ ਵਿੱਚ ਜ਼ਿਆਦਾ ਉੱਠੀਏ। ਨੰਬਰ ਪ੍ਰੋਬਲਮ ਆਉਂਦੀ ਹੈ, ठीक है, अगर तुहानू मेरी वॉइस का कुछ भी प्रॉब्लम आए प्लीज सानू दस देना। ओके, नंबर 3 है पैसों तो प्रॉब्लम आती शादी विच, ठीक है ना। सो असी कई बार सोचते कि शादी असी कर ली, मेरा अड बैंक बैलेंस, तेरा अड बैंक बैलेंस, कमाई मेरी तेरी कमाई तेरी, ठीक है ना। जो असी शादी करते हैं, परमेश्वर दे वचन जो मेरा है वो हस्बैंड दा हो जाता, जो हस्बैंड दा वो वाइफ दा हो जाता है। और अगर तुसी साडे चो कोई औरत काम करदी है, इहदा मतलब नहीं असी आदे पति दी इज्जत नहीं करनी, क्योंकि एक पैसे लेके आने है ना कि जिथे मैं चाहां उत्थे मैं खर्चने आ, जो मैं कहंदी आ, ठीक है। नहीं, असी एक दूसरे खर्चने, ओदे फैसले करने ओदे उत्ते। तुहाडे चो कोई भी काम करदा, डजंट मैटर, तुहाडे चो कोई भी करदा, एक दूसरे दी इज्जत करके एक दूसरे दे नाल, इहदे विच साडी एकता ही आ, ठीक है ना। और चौथी गल, असी यू नो जो साडी शादी हुई सी, मैं उन्होंने कहा सी मैं प्रीनअप करना चाहनी हाँ। मैं थोड़ा जा बिजनेस माइंडेड हाँ ठीक है ना। पंजाबियों को नहीं पता होना कि प्रीनअप की हुंदा है। सो ਇਹਦਾ मतलब टाइम तो पहले तुसी ज्यादा सोचना, ठीक है ना। सो मैं सोच रही हाँ कि मैं इन्नी मेहनत की, ठीक है ना। सो मैं भी इन्नी मेहनत की जिथे मैं पहुंची हैगी हाँ कि कल नूं जे साडे असी अलग अलग रस्ते हो गए, जेड़ा मेरा वो मेरा रहेगा जेड़ा इन्हां दा वो इन्हां दा रहेगा, ठीक है ना, ठीक है। लेकिन जो परमेश्वर दा वचन है वो नेम कहंदा है, एक दूसरे नाल कीता है, ਇਹਦਾ मतलब साडा सारा कुछ एक हो गया। जिदा यसु कहंदा मेरा और तेरा कोवेनेंट है, हुण जो परमेश्वर यसु सानू हक दिता कि नहीं, सानू परमेश्वर यसु ने इनू कहंदे कोवेनेंट। परमेश्वर कहंदा सी तुसी मेरे नाल सज्जे हाथ परमेश्वर दे नाल बैठोगे, मेरे नाल जो मेरा अधिकार सी मैं तानू दे दिता, काते करके तेरा ते मेरा कोवेनेंट है। परमेश्वर यसु ने अपनी सलीब ते जान दे के वो कोवेनेंट साडे नाल बनाया है। साडा कोवेनेंट ओ है, हुण साडा अलग अलग नहीं काउंट, साडा एक है। जो शादी करदे सी की कहने आ, गरीबी और अमीरी विच। हुण ये नहीं जो तेरा सब कुछ ओ मेरा, जो मेरा ओ मेरा है, ये सब कुछ कैंसल है, ठीक है ना। जिद्दां परमेश्वर ने यसु ने कहा हुण सब कुछ जो मेरा सी ओ तुहाडा है, इसे तरह शादी विच जो भी तुहाडा सी ओ साडा हो गया हुण, ठीक है ना। और पंजवीं गल, ठीक है ना, साडा दर्शन की है, दर्शन की है परिवार दा। की हुंदा सी शादी करा लैंदे पर साडे रस्ते अड अड हुंदे ने। परमेश्वर चाहता कि असी जे असी एक आ परमेश्वर दी नजर विच, ठीक है ना। परमेश्वर सानू एक करके बुलांदा आ, साडा एक होना चाहिए, परमेश्वर ने सानू भी बुलाया हैगा। सो साडा विजन होना चाहिए एक परिवार दा, एक दर्शन होना चाहिए परिवार दा। साडे अलग अलग रस्ते, परमेश्वर कहंदा जिथे एकता है उत्थे बरकत है। जो शादी विच परिवार विच असी एक हो जाएंगे, उत्थे परमेश्वर दी बरकत आएगी, हजूरी आएगी, उत्थे सारे नठणगे। जे दुश्मन ने साडा परिवार अड कर दिता, सो असी एक दूसरे ते खिलाफ हो गए, साडा घर टट जा। जो दुश्मन दे खिलाफ है करके उन्होंने पता है एकता विच बरकत आ। अगर असी छोटियां उपराल फसे रहे, नहीं तू और इस जाता, नहीं तू इथों आया, नहीं तू इदा ही करदा, सारा कुछ करदा रहा, साडी एकता की होगी टुटेगी। उत्थे की होगा, असी दुश्मनी दरवाजा खोलदे हां, फिर सिर्फ असी नहीं नाश होना, असी आदे बच्चों लिए एक दरवाजा हो रहे हैं।
ਅਸੀਂ ਜ਼ਿੰਮੇਵਾਰੀ ਲੈਣੀ ਆ ਕਿ ਅਸੀਂ ਇੱਕ ਦੂਸਰੇ ਦੇ ਨਾਲ ਖੜੇ ਹੋਣਾ ਆ, ਇੱਕ ਦੂਸਰੇ ਦੇ ਸਕਿੱਲਸ ਅਸੀਂ ਬਰੁਸ਼ ਕਰਨੇ ਆ, ਇੱਕ ਦੂਸਰੇ ਨੂੰ ਫਲਦਾਰ ਕਰਨਾ ਆ, ਇੱਕ ਦੂਸਰੇ ਲਈ ਅਸੀਂ ਬਰਕਤ ਬਣਨਾ ਆ, ਇੱਕ ਦੂਸਰੇ ਦੀ ਜਿਹੜਾ ਨੇਮ ਹੈ ਉਹ ਕਾਇਮ ਰੱਖਣਾ ਆ, ਇੱਕ ਦੂਸਰੇ ਦਾ ਅਸੀਂ ਹੌਸਲਾ ਵਧਾਉਣਾ ਆ। ਜਦੋਂ ਇੱਕ ਕਮਜ਼ੋਰ ਹੋ ਜਾਣਾ ਦੂਸਰੇ ਨੇ ਨਾਲ ਖੜੇ ਹੋਣਾ ਆ, ਜਦੋਂ ਇੱਕ ਕਮਜ਼ੋਰ ਹੋ ਜਾਣਾ ਮੈਂ ਪਰਮੇਸ਼ਰ ਦੀ ਹਜ਼ੂਰੀ 'ਚ ਨਹੀਂ ਜਾਣਾ, ਉਹਦਾ ਹੱਥ ਫੜ ਕੇ ਕਹਿਣਾ ਨਹੀਂ ਹਨ ਚੱਲੀਏ, ਮੈਂ ਤੇਰੇ ਲਈ ਦੁਆ ਕਰਦੀ ਹਾਂ। ਜੇ ਸਾਡਾ ਘਰ ਟੁੱਟ ਗਿਆ, ਸਾਡਾ ਚਰਚ ਨਹੀਂ ਮਜ਼ਬੂਤ ਰਹੇ, ਸਭ ਤੋਂ ਉੱਤਮ ਮੇਰੀ ਭੈਣ ਤੁਸੀਂ ਆਪਦੇ ਪਤੀ ਨੂੰ ਰੱਖਣਾ ਪਰਮੇਸ਼ਰ ਤੋਂ ਬਾਅਦ, ਕਿਸੇ ਹੋਰ ਬੰਦੇ ਦੀ ਇਮੇਜ ਨਹੀਂ ਲੈ ਕੇ ਆਣੀ। ਮੇਰੇ ਭਰਾ ਸੇਮ ਗੱਲ ਤੁਹਾਨੂੰ, ਕਦੇ ਨਹੀਂ ਆਪਦੀ ਤੀਮੀ ਨੂੰ ਕਹਿਣਾ ਮੇਰੀ ਮੰਮੀ ਏਦਾਂ ਕਰਦੀ ਸੀ। ਔਰ ਕਿਉਂਕਿ ਹੁਣ ਜਿਹੜੀ ਔਰਤ ਹੈ ਤੁਹਾਨੂੰ ਬੈਸਟ ਔਰਤ ਦਿੱਤੀ ਹੈ, ਬੈਸਟ ਔਰਤ ਦਿੱਤੀ ਹੈ, ਜੋ ਤੁਹਾਡਾ ਪਤੀ ਉਹ ਸਭ ਤੋਂ ਬੈਸਟ ਹੈ। ਤੁਸੀਂ ਹੱਲਾਸ਼ੇਰੀ ਦੇ ਕੇ ਉਹਦੇ ਨਾਲ ਖੜੇ ਹੋ ਕੇ ਜ਼ੁਬਾਨ ਦਾ ਅਸੀਂ ਧਿਆਨ ਰੱਖਣਾ ਕੀ ਬੋਲਦੇ ਆ, ਅਸੀਂ ਇੱਕ ਦੂਸਰੇ ਨੂੰ ਫਲਦਾਰ ਕਰਨਾ ਆ, ਠੀਕ ਹੈ ਨਾ। ਸੋ ਇਹ ਜੋ ਤੁਹਾਡਾ ਪਾਰਟਨਰ ਹੈ, ਠੀਕ ਹੈ, ਜੋ ਤੁਹਾਡਾ ਜੀਵਨ ਸਾਥੀ ਹੈ, ਪਰਮੇਸ਼ਰ ਨੇ ਬੁਲਾਇਆ ਇਹ ਤੁਹਾਡੀ ਵੀ ਇਹ ਤੁਹਾਡੀ ਜ਼ਿੰਦਗੀ ਵਿੱਚ ਹੋਵੇ। ਤੁਸੀਂ ਐਵੇਂ ਨਹੀਂ ਹੋ ਗਏ ਹੈਗੇ। ਜੇਕਰ ਅਸੀਂ ਇੱਕ ਦੂਸਰੇ ਦੀਆਂ ਗਲਤੀਆਂ ਦੇਖੀ ਜਾਵਾਂਗੇ, ਠੀਕ ਹੈ ਨਾ, ਗਲਤੀਆਂ ਦੇਖੀ ਜਾਵਾਂਗੇ, ਅਸੀਂ ਇੱਕ ਦੂਸਰੇ ਨੂੰ ਫਲਦਾਰ ਨਹੀਂ ਕਰ ਸਕਾਂਗੇ। ਅਸੀਂ ਇੱਕ ਦੂਸਰੇ ਨੂੰ ਫਲਦਾਰ ਕਰਕੇ, ਠੀਕ ਹੈ ਨਾ, ਅਸੀਂ ਅੱਗੇ ਵਧਣਾ, ਕਿਉਂਕਿ ਪਰਮੇਸ਼ਰ ਦਾ ਪਿਆਰ ਕਦੇ ਫੇਲ ਹੁੰਦਾ ਹੀ ਨਹੀਂ। ਪਰਮੇਸ਼ਰ ਦਾ ਪਿਆਰ ਜੋ ਅਗਾਪੇ ਲਵ ਹੈ, ਜੋ ਅਗਾਪੇ ਪਿਆਰ, ਉਹ ਕਦੇ ਨਹੀਂ ਫੇਲ ਹੁੰਦਾ। ਉਹ ਤਾਂ ਜੰਜੀਰਾਂ ਤੋੜ ਦਿੰਦਾ, ਉਹ ਤਾਂ ਦੁਸ਼ਮਣ ਦੇ ਜਾਲ ਤੋੜ ਦਿੰਦਾ ਆ। ਉਹ ਤੁਹਾਡੇ ਵਿੱਚ ਆ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਪਰਮੇਸ਼ਰ ਨੇ ਤੁਹਾਡੇ ਉੱਤੇ ਡਾਲ ਦਿੱਤਾ। ਜਿਹੜਾ ਤੁਹਾਡਾ ਸ਼ਰਾਬੀ ਪਤੀ ਆ ਉਹਦੀਆਂ ਜ਼ੰਜੀਰਾਂ ਟੁੱਟ ਜਾਣਗੇ, ਕਾਹਤੇ? ਕਿਉਂਕਿ ਪਰਮੇਸ਼ਰ ਦਾ ਆਤਮਾ, ਉਹਦਾ ਪਿਆਰ ਤੁਹਾਡੇ ਵਿੱਚ ਹੈ। ਜਿਹੜਾ ਤੁਹਾਡਾ ਪੁੱਤਰ ਨਸ਼ਿਆਂ ਵਿੱਚ ਹੈ ਉਹਦੇ ਜੰਜੀਰਾਂ ਟੁੱਟ ਜਾਣਗੀਆਂ, ਕਾਹਤੇ? ਕਿਉਂਕਿ ਪਰਮੇਸ਼ਰ ਦਾ ਪਿਆਰ ਤੁਹਾਡੇ ਵਿੱਚ ਹੈ ਔਰ ਉਸ ਪਿਆਰ ਵਿੱਚ ਤੁਸੀਂ ਚੱਲ ਰਹੇ ਹੋ। ਉਹ ਰੋਸ਼ਨੀ ਹੈ, ਉਹ ਤਾਕਤ ਹੈ, ਔਰ ਪਰਮੇਸ਼ਰ ਦਾ ਪਿਆਰ ਜੋ ਹੈਗਾ ਆ ਉਹ ਕਦੇ ਫੇਲ ਨਹੀਂ ਹੁੰਦਾ। ਪਰਮੇਸ਼ਰ ਦਾ ਵਚਨ ਕਹਿੰਦਾ ਆ, ਠੀਕ ਹੈ ਨਾ, ਜੋ ਡਰ ਹੈ, ਡਰ ਨੂੰ ਅਸੀਂ ਨਿਕਾਲਣਾ ਆਪਣੀ ਜ਼ਿੰਦਗੀ ਚੋਂ। ਕਦੋਂ? ਜਦੋਂ ਸਾਨੂੰ ਪਤਾ, ਜਦੋਂ ਅਸੀਂ ਪਰਮੇਸ਼ਰ ਦਾ ਵਚਨ ਨੂੰ ਜ਼ਿਆਦਾ ਜਾਣਾਂਗੇ, ਸਾਨੂੰ ਪਤਾ ਲੱਗੇਗਾ ਕਿ ਪਰਮੇਸ਼ਰ ਦਾ ਪਿਆਰ ਕੀ ਆ, ਉਹਦੇ ਉੱਤੇ ਕਰਾਂਗੇ। ਜੋ ਸ਼ਾਦੀ ਹੈ, ਜੋ ਪਰਿਵਾਰ ਹੈ, ਪਰਮੇਸ਼ਰ ਵੱਲੋਂ, ਠੀਕ ਹੈ ਨਾ। ਸੋ ਔਰ ਆਪਾਂ ਸਾਰਿਆਂ ਨੇ, ਠੀਕ ਹੈ ਨਾ, ਜਦੋਂ ਆਪਾਂ ਕੁਆਰੇ ਹੁੰਨੇ ਆ, ਠੀਕ ਹੈ ਨਾ, ਹੋ ਸਕਦਾ ਆਪਣਾ ਜੋ ਕੁੱਤਾ ਆ ਚਾਹੇ ਬਿੱਲੀ ਹੈ, ਠੀਕ ਹੈ ਨਾ, ਬੈਸਟ ਫਰੈਂਡ ਹੋ ਸਕਦੇ ਆ, ਠੀਕ ਹੈ ਨਾ। ਸ਼ਾਦੀ ਤੋਂ ਬਾਅਦ ਤੁਹਾਡੀ ਵਾਈਫ ਬੈਸਟ ਫਰੈਂਡ ਹੈ, ਤੁਹਾਡੀ ਸ਼ਾਦੀ ਤੋਂ ਬਾਅਦ ਤੁਹਾਡਾ ਪਤੀ ਤੁਹਾਡਾ ਬੈਸਟ ਫਰੈਂਡ ਹੈ, ਠੀਕ ਹੈ ਨਾ। ਸੋ ਅਸੀਂ ਹੋਰਾਂ ਚੀਜ਼ਾਂ ਨੂੰ ਵਿੱਚ ਨਹੀਂ ਆਉਣ ਦੇਣਾ ਸ਼ਾਦੀ ਦੇ ਵਿੱਚ। ਇਹ ਤੁਹਾਡਾ ਨੇਮ ਹੈ, ਤੁਹਾਡਾ ਨੇਮ ਹੈ ਇੱਕ ਦੂਸਰੇ ਦੇ ਨਾਲ, ਠੀਕ ਹੈ। ਸੋ ਪਰਮੇਸ਼ਰ ਨੇ ਆਦਮੀ ਕ੍ਰੀਏਟ ਕੀਤਾ, ਠੀਕ ਹੈ ਨਾ, ਪਰਮੇਸ਼ਰ ਨੇ ਬੰਦੇ ਨੂੰ ਬਣਾਇਆ, ਪਰਮੇਸ਼ਰ ਨੇ ਔਰਤ ਨੂੰ ਬਣਾਇਆ, ਕੰਫਿਊਜ਼ਨ ਨਹੀਂ ਬਣਾਇਆ। God never created confusion. ਸੋ ਆਪਾਂ ਕੀ ਆ, ਠੀਕ ਹੈ ਨਾ, ਆਪਾਂ ਇੱਕ ਦੂਸਰੇ ਦੀ ਅਸੀਂ ਮਦਦ ਕਰਨੀ ਆ, ਇੱਕ ਦੂਸਰੇ ਦੇ ਅਸੀਂ ਨਾਲ ਖੜੇ ਆਣੇ ਆ, ਠੀਕ ਹੈ, ਠੀਕ ਹੈ, ਸ਼ੋਰ। ਸੋ ਇੱਕ ਦੂਸਰੇ ਦੇ ਅਸੀਂ ਨਾਲ ਖੜੇ ਹੋ ਕੇ ਇੱਕ ਦੂਸਰੇ ਨੂੰ ਅਸੀਂ ਬਰਕਤ ਦੇਣੀ ਆ। ਔਰ ਇੱਕ ਗੱਲ ਦਾ ਅਸੀਂ ਸਾਰਿਆਂ ਨੇ ਧਿਆਨ ਰੱਖਣਾ ਆ, ਅਸੀਂ ਜੋ ਟਾਈਮ ਹੈ, ਠੀਕ ਹੈ ਨਾ, ਆਪਦਾ ਟਾਈਮ ਦਾ ਅਸੀਂ ਧਿਆਨ ਰੱਖਣਾ ਆ। ਹੋਰਾਂ ਚੀਜ਼ਾਂ ਨੂੰ, ਹੋਰਾਂ ਸ਼ਖਸਾਂ ਨੂੰ ਨਾ ਦਈਏ ਜ਼ਿਆਦਾ। ਅਸੀਂ ਇੱਕ ਦੂਸਰੇ ਲਈ ਟਾਈਮ ਕੱਢਣਾ ਆ, ਕਿਉਂਕਿ ਸਭ ਤੋਂ ਉੱਤਮ ਜੋ ਸਾਡੇ ਬੱਚੇ ਆ ਉਹ ਦੇਖਣਗੇ ਕਿ ਪਰਮੇਸ਼ਰ ਯਿਸੂ ਮਸੀਹ ਕੌਣ ਹੁੰਦਾ, ਜਿੱਦਾਂ ਅਸੀਂ ਵਰਤਾਓ ਘਰ ਚ ਕਰਦੇ ਇੱਕ ਦੂਸਰੇ ਦੇ ਨਾਲ, ਇੱਕ ਦੂਸਰੇ ਨਾਲ ਕਿੱਦਾਂ ਰਹਿਣਾ। ਸਾਨੂੰ ਦੇਖ ਕੇ ਸਾਡਾ ਬੇਟਾ ਕਹੇਗਾ ਮੰਮੀ ਮੈਂ ਸ਼ਾਦੀ ਕਰਾਉਣਾ ਚਾਹੁੰਦਾ, ਸਾਨੂੰ ਦੇਖ ਕੇ ਕਹੇਗਾ ਮੈਂ ਨਹੀਂ ਸ਼ਾਦੀ ਕਰਾਉਣੀ। ਇਹਦੇ ਚ ਕੁਛ ਨਹੀਂ ਹੈ। ਅਸੀਂ ਪਰਿਵਾਰ ਆਪਣਾ ਮਜ਼ਬੂਤ ਕਰਨਾ ਆ, ਜਦ ਤੱਕ ਸਾਡਾ ਘਰ ਨਹੀਂ ਮਜ਼ਬੂਤ ਹੁੰਦਾ ਹੈ, ਠੀਕ ਹੈ ਨਾ। ਯਾਦ ਰੱਖਣਾ ਪਰਮੇਸ਼ਵਰ ਨੇ ਇਸ ਗੱਲ ਦਾ ਨਾ, ਪਰਮੇਸ਼ਵਰ ਨੇ ਜੋ ਅਬਰਾਹਮ ਸੀ ਉਹਨੂੰ ਇਸ ਲਈ ਬੁਲਾਇਆ ਸੀ ਕਰਕੇ ਉਹਨੂੰ ਪਤਾ ਸੀਗਾ ਆਪਣੀ ਲਾਦ ਨੂੰ ਆਪਣੇ ਮਗਰ, ਪਰਮੇਸ਼ਰ ਦੇ ਮਗਰ ਚੱਲਣਾ ਸਿਖਾਏਗਾ।
ਸੋ ਅਸੀਂ ਸਿਰਫ ਚੱਲਣਾ ਨਹੀਂ, ਅਸੀਂ ਮਦਦ ਕਰਨੀ ਆ ਕਿ ਜਦੋਂ ਅਸੀਂ ਇੱਕ ਦੂਸਰੇ ਦੀ ਮਦਦ ਕਰਾਂਗੇ ਸਾਡੇ ਬੱਚੇ ਵੀ ਕਹੋਗੇ ਮੈਂ ਇਸ ਪਾਥ ਤੇ ਮੈਂ ਚੱਲਣਾ ਚਾਹੁੰਦਾ ਆ। ਠੀਕ ਹੈ, ਸੋ ਅਸੀਂ ਰਲ ਕੇ, ਠੀਕ ਹੈ ਨਾ, ਜੋ ਤੁਸੀਂ ਹਸਬੈਂਡ ਵਾਈਫ ਬੈਠੇ ਹੋ, ਇਕੱਠੇ ਬੈਠੇ ਹੋ, ਆਈ ਨੋ ਆਪਣਾ ਕਲਚਰ ਥੋੜਾ ਜਿਹਾ ਅਲੱਗ ਹੈ, ਇਕੱਠੇ ਬੈਠੇ ਹੋ, ਅਗਰ ਤੁਸੀਂ ਇੱਕ ਦੂਸਰੇ ਦਾ ਹੱਥ ਫੜ ਸਕਦੇ ਹੋ ਤਾਂ ਪਲੀਜ਼ ਜ਼ਰੂਰ ਫੜੋ। ਅਗਰ ਤੁਹਾਡਾ ਬੱਚਾ ਲਾਗੇ ਬੈਠਿਆ ਉਹਦੇ ਨਾਲ ਹੱਥ ਫੜੋ। ਅਸੀਂ ਤੁਹਾਡੇ ਲਈ ਦੁਆ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਖੜੇ ਹੋਣਾ ਚਾਹੁੰਦੇ ਹਾਂ। ਪਰਮੇਸ਼ਵਰ ਚਾਹੁੰਦਾ ਕਿ ਸਾਡੀ ਇੱਕ ਮਜ਼ਬੂਤ ਪਰਿਵਾਰ ਹੋਏ, ਇੱਕ ਦੂਸਰੇ ਨੂੰ ਅਸੀਂ ਕੰਪਨੀ ਇੰਜੋਏ ਕਰ ਸਕੀਏ, ਇੱਕ ਦੂਸਰੇ ਲਈ ਅਸੀਂ ਬਰਕਤ ਬਣ ਸਕੀਏ, ਇੱਕ ਦੂਸਰੇ ਅਸੀਂ ਫਲਦਾਰ ਹੋ ਸਕੀਏ। ਆਓ ਅੱਖਾਂ ਬੰਦ ਕਰਦੇ ਹੋਏ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਅਸੀਂ ਜਾਂਦੇ ਹਾਂ ਔਰ ਬਰਕਤ ਮੰਗਦੇ ਹਾਂ। ਹਾਲੇਲੂਇਆ। ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦੇ ਟਾਈਮ ਦੇ ਲਈ। ਪਰਮੇਸ਼ਵਰ ਤੁਸੀਂ ਚੰਗੇ ਔਰ ਭਲੇ ਪਰਮੇਸ਼ਵਰ ਹੋ, ਅਸੀਂ ਧੰਨਵਾਦ ਕਰਦੇ ਤੁਹਾਡਾ। ਪਰਮੇਸ਼ਵਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਬਾਪ ਕਰਕੇ ਬੁਲਾਓ, ਮੈਂ ਤੁਹਾਡਾ ਬਾਪ ਹਾਂ, ਕਿਉਂਕਿ ਤੁਸੀਂ ਸਾਨੂੰ ਰਚਿਆ। ਪਰਮੇਸ਼ਵਰ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਔਰ ਪਰਮੇਸ਼ਵਰ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਿਰਫ ਸਾਡੇ ਪਰਮੇਸ਼ਵਰ ਨਹੀਂ, ਸਾਡੇ ਪਰਿਵਾਰਾਂ ਦੇ ਪਰਮੇਸ਼ਵਰ ਹੋ। ਪਰਮੇਸ਼ਵਰ ਅਸੀਂ ਸਭ ਭੈਣਾਂ ਭਰਾਵਾਂ ਨੂੰ ਤੁਹਾਡੇ ਹੱਥਾਂ ਵਿੱਚ ਲੈ ਕੇ ਆਉਂਦੇ ਹਾਂ ਕਿ ਪਰਮੇਸ਼ਵਰ ਜੋ ਸਾਡੇ ਦਿਲਾਂ ਵਿੱਚ ਤੁਸੀਂ ਪਿਆਰ ਡੋਲਿਆ ਆਪਦੇ ਪਵਿੱਤਰ ਆਤਮਾ ਦੇ ਥਰੂ, ਖੁਦਾਵੰਦ, ਅਸੀਂ ਇੱਕ ਦੂਸਰੇ ਨੂੰ ਜ਼ਾਹਿਰ ਕਰ ਸਕੀਏ, ਇੱਕ ਦੂਸਰੇ ਨਾਲ ਖੜੇ ਹੋ ਸਕੀਏ, ਇੱਕ ਦੂਸਰੇ ਨੂੰ ਫਲਦਾਰ ਕਰ ਸਕੀਏ, ਮਦਦ ਕਰ ਸਕੀਏ। ਖੁਦਾਵੰਦ ਪਰਮੇਸ਼ਵਰ ਜਿਹੜੇ ਗੱਲ ਅਸੀਂ ਬੁਲਾਏ ਗਏ ਆ ਉਹ ਪੂਰਾ ਕਰ ਸਕੀਏ ਆਪਣੇ ਘਰ ਵਿੱਚ। ਤੁਸੀਂ ਚੰਗੇ ਹੋ ਔਰ ਭਲੇ ਪਰਮੇਸ਼ਵਰ ਹੋ। ਔਰ ਪਰਮੇਸ਼ਵਰ ਅਸੀਂ ਤੁਹਾਡੀ ਗ੍ਰੇਸ, ਤੁਹਾਡੀ ਕਿਰਪਾ ਅਸੀਂ ਮੰਗਦੇ ਹਾਂ ਆਪਦੇ ਭੈਣਾਂ ਭਰਾਵਾਂ ਦੀ ਜ਼ਿੰਦਗੀਆਂ ਉੱਤੇ ਕਿ ਖੁਦਾਵੰਦ ਸਾਡੇ ਚੋਂ ਕੋਈ ਵੱਡਾ ਨਹੀਂ, ਤੁਸੀਂ ਵੱਡੇ ਹੋ। ਔਰ ਸਾਡੇ ਅੱਖਾਂ ਨੂੰ, ਸਾਡੇ ਜ਼ਿਹਨ ਨੂੰ, ਖੁਦਾ ਸਾਡੇ ਦਿਲਾਂ ਨੂੰ ਖੁਦਾਵੰਦ ਛੂਹੋ ਕਿ ਅਸੀਂ ਜਾਣ ਸਕੀਏ ਖੁਦਾਵੰਦ ਜੋ ਸਾਡੇ ਲਈ ਤੁਸੀਂ ਰੱਖਿਆ ਹੈਗਾ। ਅਸੀਂ ਸਭ ਕੁਝ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਔਰ ਮੰਗ ਲੈਂਦੇ ਹਾਂ ਸਾਡੇ ਪਿਆਰੇ ਯਿਸੂ ਮਸੀਹ ਦੇ ਨਾਮ ਦੇ ਵਿੱਚ। Amen. 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 Praise the Lord. Hallelujah. Thank you. Thank you, Pastor Tracy. So I believe कि साडा वैसे टाइम ते कंप्लीट हो चुका है, लेकिन अगर पास्टर संतार और भैन जी तविथा चाहते आ तो चंद मिनटां दे वास्ते अगर कोई सवाल जड़े आ वो करने आ ते कर सकदे प्लीज। हाँ जी पास्टर जी जरूर, टाइम ही टाइम है, कोई गल नहीं। थैंक यू, थैंक यू। जी पास्टर संतार जी भी अपने नाल ने, तो अगर कोई सवाल किसी दे कोल रिलेट जेड़ा अज दा टॉपिक हैगा ओदे बारे, ठीक है, जॉन 10वां अध्याय 10वीं अध्याय, प्रभु यीशु मसीह कहते कि मैं आया तुसी जीवन और भरपूर जीवन पाओ। ठीक है, पूर्ण जीवन तुहाडे घर तो शुरू होना है। ठीक है, तो जी अगर किसी दे कोल कोई सवाल है तो प्लीज। हाँ जी, इस सवालों तो पुछो तो पहला फर्स्ट पास्टर जॉन, पास्टर ट्रेसी बहुत धन्यवाद करते हैं थोड़े दोनों का। और क्योंकि सिंगापुर दे विच इत्थे 12 बज चुके रात दे ने, तो कई बच्चे जुड़े हुए जेडे उन्होंने सुबह कम्मां ते जाना, ते उस तो जान तो पहला मैं ये कुछ कहना चाहना इत्थे कि इस तो बाद आपां सवाल है ना पूछ सकते हैं, पर मैं सोचदा जान तो पहला कुछ गल्लां मैं जो कहनियां चाहना। पहली गल ये है कि जो अज आपां सिक्ख्या है, देखो अपना जिहड़ा कल्चर आ पंजाबी दा, जदों असीं प्रभु दे विच आ भी जाने हैं, राइट, ਉਹ ਸਾਨੂੰ ਇਹ ਨਹੀਂ ਹੁੰਦਾ, ਸਾਨੂੰ ਇਹ ਨਹੀਂ ਲੱਗਦਾ ਕਿ ਜਿਹੜਾ ਸਾਡਾ ਕਲਚਰ ਆ ਇਹਨੂੰ ਵੀ ਬਚਣਾ ਹੇਠਾਂ ਆਉਣਾ ਚਾਹੀਦਾ ਹੈ। ਅਸੀਂ ਇਹ ਗੱਲ ਨੂੰ ਕਦੇ ਸਮਝਿਆ ਨਹੀਂਗਾ। ਅਸੀਂ ਇਹ ਸਮਝਿਆ ਕਲਚਰ ਇੱਕ ਪਾਸੇ ਆ, ਇੱਕ ਪਾਸੇ ਅਸੀਂ ਪ੍ਰਭੂ ਦੇ ਵਿੱਚ ਬਚਣਾ ਤੇ ਚੱਲਣਾ। ਜਿੱਥੇ ਵੀ ਕੋਈ ਵੀ ਗੱਲ, ਭਲਾ ਸਾਡਾ ਕਲਚਰ ਆ, ਭਲਾ ਸਾਡੇ ਘਰ ਦਾ ਕੋਈ ਕਹਿੰਦੇ ਨੇ ਟ੍ਰੈਡੀਸ਼ਨ ਆ, ਜਾਂ ਸਾਡਾ ਕੋਈ ਵੀ ਕੁਝ ਵੀ ਹੈਗਾ ਹੈ, ਜੋ ਵੀ ਕੁਝ ਹੈਗਾ ਹੈ, ਜਦੋਂ ਵੀ ਪਰਮੇਸ਼ਵਰ ਦੇ ਬਚਨਾਂ ਦੇ ਖਿਲਾਫ ਹੁੰਦਾ ਹੈ ਜਾਂ ਵਿਰੋਧ ਕਰਦਾ ਹੈ, परमेश्वर के बच्चे उच्चे होने चाहिए, हर एक चीज ਉਹਦੇ ਹੇਠਾਂ ਹੋਣਾ ਚਾਹੀਦਾ ਹੈ। ਸੋ ਆਪਣੇ ਪੰਜਾਬੀਆਂ ਦੇ ਮੈਂ ਇਹ ਦੇਖਿਆ ਹੈ ਕਿ ਵੱਡੀ ਗੱਲ ਇਹ ਆ, ਅਸੀਂ ਉਹ ਦੋਨਾਂ ਦੀ ਰਿਲੇਸ਼ਨਸ਼ਿਪ ਦੇਖੀ ਨਹੀਂ ਗਈ ਕਿ ਕਲਚਰ ਨੂੰ ਹੇਠਾਂ ਹੋਣਾ ਚਾਹੀਦਾ ਹੈ। ਕਿਉਂਕਿ ਜਦੋਂ ਅਸੀਂ ਜਾਣੇ ਚਰਚ ਨੂੰ, ਉਦੋਂ ਅਸੀਂ ਜਿਸ ਤਰ੍ਹਾਂ ਪਾਸਟਰ ਜੌਨ ਨੇ ਆਖਿਆ ਸੀਗਾ, ਚਰਚ ਦੇ ਵਿੱਚ ਅਸੀਂ ਪੂਰਾ ਕਰਦੇ ਹਾਂ, ਸਭ ਕੁਝ ਅਸੀਂ ਇਨਵੋਲਵ ਹੁੰਦੇ ਹਾਂ, ਜੋ ਵੀ ਅਸੀਂ ਕਰਦੇ ਹਾਂ, ਪਰ ਜਦੋਂ ਅਸੀਂ ਬਾਹਰ ਆ ਜਾਂਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਸਭ ਕੁਝ ਜੋ ਸਾਡੇ ਨਾਲ ਹੋ ਰਿਹਾ ਹੈ ਇਹ ਉਹ ਬਚਨਾਂ ਦੇ ਹੇਠਾਂ ਹੀ ਹੋਣਾ ਚਾਹੀਦਾ ਹੈ, ਰਾਈਟ।
ਕਿਉਂ ਇਹ ਗੱਲ ਹੁੰਦੀ ਆ? ਇਹਦੀ ਵਜ੍ਹਾ ਮੈਂ ਦੱਸਦਾ ਇਹ ਆ, ਅਸੀਂ ਸਾਡੇ ਵਿਸ਼ਵਾਸ ਨੂੰ ਧਰਮ ਸਮਝਿਆ ਔਰ ਸਾਡੀ ਸੰਗਤੀ ਦੇ ਵਿੱਚ ਹਰ ਹਫ਼ਤੇ ਹਰ ਪ੍ਰਚਾਰ ਵਿੱਚ ਮੈਂ ਇੱਕ ਗੱਲ ਜ਼ਰੂਰ ਬਾਰ-ਬਾਰ ਕਹਿਣਾ, ਇਹ ਧਰਮ ਨਹੀਂਗਾ, ਇਹ ਰਿਸ਼ਤਾ ਹੈ। ਜੇ ਮੈਂ ਧਰਮ ਰੱਖਣਾ ਹੁੰਦਾ ਬਹੁਤ ਵਧੀਆ ਧਰਮ ਸੀਗਾ, ਬਹੁਤ ਵਧੀਆ ਧਰਮ ਆ, ਪਰ ਧਰਮ ਨਹੀਂ ਯਿਸੂ ਮਸੀਹ ਦੇਣ ਆਇਆ ਸੀਗਾ, ਉਹ ਪਰਮੇਸ਼ਰ ਦੇ ਨਾਲ ਸਾਡਾ ਰਿਸ਼ਤਾ ਜੋੜਨ ਆਇਆ ਸੀਗਾ। ਰਾਈਟ? ਸੋ ਸਾਡੀ ਜੜ, ਸਾਡਾ ਮੁੱਢ, ਸਾਡਾ ਕਹਿੰਦੇ ਨੇ ਕਿ ਨੀਂਹ, ਸਾਡੀ ਬੁਨਿਆਦ, ਸਭ ਕੁਝ ਇਹ ਗੱਲ ਤੇ ਆ। ਪਰਮੇਸ਼ਰ ਨਾਲੋਂ ਇਨਸਾਨ ਟੁੱਟਿਆ ਤਾਂ ਰਿਸ਼ਤੇ ਤੋਂ ਟੁੱਟਿਆ ਨਾ, ਉਹ ਜੋੜਨ ਆਇਆ ਸੀਗਾ ਰਿਸ਼ਤਾ, ਔਰ ਰਿਸ਼ਤਿਆਂ ਦੇ ਵਿੱਚ ਹੀ ਪ੍ਰੋਬਲਮ ਹੁੰਦੇ ਨੇ। ਰਾਈਟ? ਪਰ ਜਦੋਂ ਅਸੀਂ ਕਲਚਰ ਦੀ ਗੱਲ ਕਰ ਲੈਂਦੇ ਆ, ਜਿੱਦਾਂ ਕਿ ਆਪਣੇ ਪੰਜਾਬੀ ਆਮ ਹੀ ਕਹਿੰਦੇ ਆ ਹਨਾ, ਜੋਰੂ ਕਾ ਗੁਲਾਮ ਹੈ ਵੀ ਆਪਦੇ ਘਰ ਵਾਲੀ ਦਾ ਨੌਕਰ ਫਿਰਦਾ ਹੈ, ਬਣਿਆ ਫਿਰਦਾ ਨਾ, ਇਹ ਕੋਈ ਮਰਦ ਪੁਣਾ ਹੈ? ਦੇਖੋ, ਇਹ ਸਾਡੇ ਕਲਚਰ ਦੇ ਵੈਲਿਊ ਆ ਜਿਹੜੇ ਬਣਾ ਚੁੱਕੇ ਆ। ਕਹਿੰਦੇ ਆ ਕਿ ਔਰਤ ਦੀ ਜਿਹੜੀ ਅਕਲ ਹੁੰਦੀ ਆ, ਪਤਾ ਕਿੱਥੇ ਹੁੰਦੀ ਆ? ਕਿਸੇ ਨੂੰ ਸਾਰਿਆਂ ਨੂੰ ਪੋਜੀਸ਼ਨ ਦਾ ਪਤਾ ਕਿੱਥੇ, ਜਿਹੜਾ GPS ਦੀ ਪੋਜੀਸ਼ਨ ਹੁੰਦੀ ਨਾ, ਉਹਨਾਂ ਨੂੰ ਸਾਰਿਆਂ ਨੂੰ ਪੁੱਛਿਆ ਪਤਾ, ਕਿ ਸਾਇੰਸ ਵਾਲੇ ਨੇ ਆਖਿਆ ਗੁੱਤ ਦੇ ਪਿੱਛੇ ਹੁੰਦੀ ਆ ਜਾਂ ਗਿੱਚੀ ਦੇ ਪਿੱਛੇ ਹੁੰਦੀ ਆ, ਪਰ ਉਹ ਸਾਰੇ ਜਵਾਬ ਦੇਣਗੇ ਏਦਾਂ ਹੀ ਹੁੰਦੀ ਆ। ਫਿਰ ਆਖਣਗੇ ਪੈਰ ਔਰਤ ਦੇ ਪੋਜੀਸ਼ਨ ਤੇ ਆ, ਪੈਰਾਂ ਦੀ ਜੁੱਤੀ ਦੇ ਬਰਾਬਰ। ਇਹੋ ਜਿਹੀ ਸੋਚ, ਇਹੋ ਜਿਹੇ ਵਿਚਾਰ ਇਹ ਕਲਚਰ ਸਾਨੂੰ ਦੱਸਦਾ ਹੈ। ਘਰਾਂ ਦੇ ਵਿੱਚ ਜਦੋਂ ਕੁਝ ਹੋਊਗਾ, ਕੋਈ ਪਾਰਟੀ ਹੁੰਦੀ, ਜੋ ਬੰਦਿਆਂ ਨੇ ਬੈਠ ਕੇ ਮਾਰ ਪਾਰਟੀਆਂ ਦੇ ਸ਼ਰਾਬਾਂ ਤੇ ਮੁਰਗੇ ਤੇ ਖਾਣੇ ਤੋਂ ਕੁਝ ਕਰਨਗੇ, ਉਹ ਜਿਹੜੇ ਬੀਬੀਆਂ ਹੋਣੀਆਂ ਉਹ ਰੋਟੀਆਂ ਤੇ ਲੱਗੀਆਂ ਰਹਿੰਦੀਆਂ ਸਾਰੀ ਦਿਹਾੜੀ, ਉਹਨਾਂ ਨੇ ਪਕਾ ਕੇ ਜਦੋਂ ਇਹਨਾਂ ਨੇ ਖਾ ਲਈ, ਉਹਨਾਂ ਨੇ ਵਿਚਾਰੇ ਨੇ ਮਗਰੋਂ ਖਾਣੀ ਆ। ਉਹ ਕੀ ਆ? ਕਿਉਂ ਜੀ, ਐਸੀ ਮਰਦ ਆ, ਅਸੀਂ ਬੰਦੇ ਆ। ਦੇਖੋ, ਅਸੀਂ ਹੱਸਦੇ ਆ, ਪਰ ਮੇਰੇ ਭੈਣਾਂ ਤੇ ਭਰਾਵੋ, ਪ੍ਰਭੂ ਯਿਸੂ ਮਸੀਹ ਨੇ ਹਰ ਚੀਜ਼ ਨੂੰ ਬਚਨਾਂ ਦੇ ਹੇਠਾਂ ਰੱਖਿਆ ਸੀਗਾ, ਹਰ ਚੀਜ਼ ਨੂੰ। ਕਿ ਜਦੋਂ ਅਸੀਂ ਇਹ ਗੱਲ ਸਮਝਣ ਲੱਗ ਜਾਾਂਗੇ ਕਿ ਇਹ ਰਿਸ਼ਤਾ ਆ, ਫਿਰ ਅਸੀਂ ਹਰ ਇੱਕ ਚੀਜ਼ ਨੂੰ ਲਿਆਉਣੀ ਹੈ ਉਹਦੇ ਹੇਠਾਂ। ਮਾਂ ਪਿਓ ਦੇ ਬਾਰੇ ਦੱਸਿਆ, ਭੈਣ ਭਰਾਵਾਂ ਦੇ ਰਿਸ਼ਤੇ ਨੇ, ਪਤੀ ਪਤਨੀ ਦੇ ਬਾਰੇ ਦੱਸਿਆ, ਮਾਲਕ ਔਰ ਉਹਨਾਂ ਦੇ ਐਮਪਲੋਈ ਦੇ ਬਾਰੇ ਦੱਸਿਆ, ਆਪਣੇ ਪਾਸਟਰਾਂ ਦੇ ਔਰ ਮੈਂਬਰਾਂ ਦੇ, ਹਰ ਇੱਕ ਰਿਸ਼ਤੇ ਦੇ ਬਾਰੇ ਬਾਈਬਲ ਦੇ ਵਿੱਚ ਦੱਸਿਆ ਹੋਇਆ। ਸੋ ਮੇਰੇ ਭੈਣ ਭਰਾਵੋ, ਇਹ ਇੱਕ ਰਿਸ਼ਤਾ ਆ। ਪਾਸਟਰ ਜੌਨ ਨੇ ਪਹਿਲਾਂ ਗੱਲ ਕੀਤੀ ਸੀਗੀ ਇੱਕ ਪਿਆਰ ਦੀ, ਕਿ ਪਰਮੇਸ਼ਰ ਪ੍ਰੇਮ, ਰਾਈਟ? ਪਰਮੇਸ਼ਰ ਪ੍ਰੇਮ ਆ। ਸੁਰਜੀਤ ਵਾਗਾ ਮੇਰੇ ਨਾਲ ਜੁਆਇਨ ਹੋਇਆ, ਇਹਨੂੰ ਇਹ ਗੱਲ ਯਾਦ ਹੋਣੀ ਆ, ਕਈ ਸਾਲ ਪਹਿਲਾਂ ਮਲੇਸ਼ੀਆ ਦੇ ਵਿੱਚ, ਬਹੁਤ ਪੁਰਾਣੀ ਗੱਲ ਆ, ਹੋਊਗੀ 20 ਸਾਲ ਤੋਂ ਪਹਿਲਾਂ ਦੀ ਗੱਲ, ਅਸੀਂ ਇੱਕ ਚਰਚ ਦੇ ਵਿੱਚ ਸੀਗੇ ਮਲੇਸ਼ੀਆ ਦੇ ਵਿੱਚ, ਇੱਕ ਮਜ਼ਾਕ ਦੇ ਨਾਲ ਇੱਕ ਨੌਜਵਾਨ ਸੀਗਾ, ਤੇ ਉਹ ਜਵਾਕ ਬਹੁਤ ਇਲਤ ਕਰਨ ਡਏ ਸੀਗੇ, ਬਹੁਤ ਖੇਡਣ ਦੇ ਇਲਤ ਕਰਦੇ ਸੀਗੇ। ਉਹ ਮੇਰੇ ਕੋਲ ਆਣ ਕੇ ਕਹਿੰਦਾ, ਮੈਨੂੰ ਕਹਿੰਦਾ, ਪਾਸਟਰ ਜੀ, ਕਹਿੰਦਾ ਇਹ ਸੂਤ ਨਹੀਂ ਆਉਣੇ, ਕਹਿੰਦਾ ਹਾਲੇਲੂਇਆ ਕਹਿ ਕੇ ਨਾ 2 ਠੋਕ ਇਹਨਾਂ ਦੇ, ਕਹਿੰਦਾ ਹਾਲੇਲੂਇਆ ਕਹਿ ਕੇ ਇਹਨਾਂ ਦੇ 2 ਠੋਕ। ਸੁਰਜੀਤ ਨੂੰ ਅਜੇ ਤੱਕ ਉਹ ਗੱਲ ਯਾਦ ਹੋਣੀ ਆ। ਦੇਖੋ ਅੱਜ ਕੀ ਆ ਪਤਾ, ਅੱਜ ਕੀ ਉਹ ਬੱਚੇ ਨੇ ਤਾਂ ਮਜ਼ਾਕ ਦੇ ਨੇ ਕਿਹਾ ਨਾ ਹਾਲੇਲੂਇਆ ਕਹਿ ਕੇ 2 ਠੋਕ ਦੇ, ਅਸੀਂ ਅੱਜ ਹਾਲੇਲੂਇਆ ਕਹਿ ਕੇ ਬਿਨਾਂ ਬੋਲੋ ਤਾਂ ਠੋਕੀ ਜਾਂਦੇ ਇੱਕ ਦੂਸਰੇ ਦੇ। ਕਹਿੰਦਾ ਕੀ ਆ, ਜਦ ਅਸੀਂ ਕੀ ਹਾਲੇਲੂਇਆ ਹਾਲੇਲੂਇਆ ਹਾਲੇਲੂਇਆ, ਪਰ ਅੰਦਰੋਂ ਅਸੀਂ ਘਸੁੰਨ ਚਲਾਉਂਦੇ ਆ। ਦੇਖਣਾ, ਜਿੱਥੇ ਰਿਸ਼ਤੇ ਸੱਚੇ ਨਹੀਂ ਗਏ, ਅਸੀਂ ਇੱਕ ਭੁਲੇਖੇ ਵਿੱਚ ਨਾ ਰਹਿ ਜਾਈਏ। ਜਿਹਨੇ ਆਪਦੀ ਜਾਨ ਵਾਰਤੀ ਇਸ ਰਿਸ਼ਤੇ ਨੂੰ ਜੋੜਨ ਵਾਸਤੇ, ਉਹਨੇ ਕਦੇ ਸਮਝੌਤਾ ਨਹੀਂ ਕਰਨਾ। ਜੇਕਰ ਸਾਡੇ ਹੱਥ ਸੁੱਚੇ ਨਹੀਂ ਤਾਂ ਸਾਡੇ ਦਿਲ ਸੁੱਚੇ ਨਹੀਂ ਗਏ। ਉਹ ਸਾਨੂੰ ਪਿਲਾ ਰਿਹਾ ਹੈ। ਸੰਤ ਪੌਲਸ ਨੇ ਇਹ ਗੱਲ ਕਹੀ ਸੀਗੀ ਗਲਾਤੀਆਂ ਦੀ 4:19। ਪਲੀਜ਼ ਪਾਸਟਰ ਜੌਨ ਜੀ, ਤੁਸੀਂ ਮੇਰੇ ਲਈ ਪੜੋਗੇ ਇੱਕ ਐਡ ਵਿੱਚ, ਗਲਾਤੀਆਂ ਦੀ 4:19। ਆਪਾਂ ਰਿਸ਼ਤੇ ਦੀ ਗੱਲ ਕਰ ਰਹੇ ਹਾਂ, ਗਲਾਤੀਅਨ 4:19 ਜੀ। ਗਲਾਤੀਆਂ ਦੀ ਪੱਤਰੀ ਉਹਦਾ 4 ਅਧਿਆਇ ਔਰ ਉਹਦੀ 19 ਆਇਤ ਵਚਨ ਵਿੱਚ ਇਸ ਤਰ੍ਹਾਂ ਲਿਖਿਆ, ਹੇ ਮੇਰੇ ਬੱਚਿਓ, ਜਿੰਨਾ ਚਿਰ ਤੁਹਾਡੇ ਵਿੱਚ ਮਸੀਹ ਸੂਰਤ ਨਾ ਫੜ ਲੈ, ਮੈਨੂੰ ਤੁਹਾਡੇ ਲਈ ਫਿਰ ਪੀੜਾਂ ਲੱਗੀਆਂ ਹੋਈਆਂ ਹਨ। ਪੌਲ ਕਹਿੰਦਾ ਹੈ, ਮੇਰੇ ਜਿਹੜਾ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਜਦੋਂ ਮਾਂ, ਤੇ ਪੀੜਾਂ ਦੇ ਨਾਲ ਦਿੰਦੀ। ਟਰਵੇਲ ਇੰਗਲਿਸ਼ ਦਾ ਸ਼ਬਦ ਉਹ ਹੀ ਹੁੰਦਾ ਹੈ, ਉਹ ਜਿਹੜੀ ਪੀੜ ਹੁੰਦੀ ਹੈ ਜਦੋਂ ਮਦਰ ਨੂੰ, ਜਦੋਂ ਬੱਚੇ ਨੂੰ ਦੁਨੀਆ ਦੇ ਵਿੱਚ ਲੈ ਕੇ ਆਉਂਦੀ ਆ। ਉਹ ਕਹਿੰਦਾ ਮਾਂ ਦੀ ਤਰ੍ਹਾਂ, ਕਹਿੰਦਾ ਮੇਰੇ ਵਿੱਚ ਇੱਕ ਪੀੜ ਹੋ ਰਹੀ ਆ। ਕਾਹਦੇ ਲਈ ਹੋ ਰਹੀ ਆ? ਕਿ ਬੱਚੇ ਪੈਦਾ ਹੋਣ। ਕਿਹੋ ਜਿਹੇ ਬੱਚੇ ਪੈਦਾ ਹੋਣ? ਜਿਨ੍ਹਾਂ ਦੇ ਵਿੱਚ ਸੂਰਤ ਮਸੀਹ ਦੀ ਹੋਵੇ, ਜਿਹੜੇ ਕਿ ਮਸੀਹ ਨੂੰ ਬਣ, ਕਿ ਮਸੀਹ ਉਹਨਾਂ ਦੇ ਵਿੱਚ ਬਣਦਾ ਜਾਵੇ। ਜਦੋਂ ਲੋਕ ਸਾਡੇ ਵੱਲ ਦੇਖਣ, ਉਹ ਤੋਂ ਮਸੀਹ ਨੂੰ ਦੇਖਣ। ਆਪਾਂ ਪ੍ਰਚਾਰ ਕਰਦੇ ਆ, ਆਪਾਂ ਕਿੰਨਾ ਕੁਛ ਕਰਦੇ ਆ, ਪਰ ਲੋਕ ਕਹਿੰਦੇ ਅਸੀਂ ਸੁਣਨਾ ਨੀਗਾ, ਸਾਨੂੰ ਦਿਖਾਓ। ਅਸੀਂ ਸੁਣਨਾ ਨੀਗਾ, ਅਸੀਂ ਸੁਣ ਕੇ ਥੱਕ ਗਏ ਆ, ਸਾਨੂੰ ਵੇਖਣ ਨੂੰ ਨਹੀਂ ਮਿਲਦਾ। ਜਿੱਦਣ ਸਾਨੂੰ ਵੇਖਣ ਨੂੰ ਮਿਲ ਜੂਗਾ, ਉਦੋਂ ਸਾਡਾ ਵਿਸ਼ਵਾਸ ਵੀ ਵਧੂਗਾ। ਸੋ ਮੇਰੇ ਭੈਣ, ਮੈਂ ਜਾਣਦਾ ਹੈ
ਪਰ ਮੇਰਾ ਇੱਥੋਂ ਸਿੰਗਾਪੁਰ ਦਾ ਰਹਿਣ ਵਾਲਾ, ਮੇਰੀ ਪੈਦਾਇਸ਼ ਇੱਥੋਂ ਦੀ ਆ। ਪੰਜਾਬ ਦੇ ਵਿੱਚ ਬਹੁਤ ਟਾਈਮ ਹੋ ਗਿਆ ਜਾਂਦੇ ਨੂੰ, ਮੈਨੂੰ ਪਤਾ ਹੈ। ਔਰ ਮੈਂ ਕਹਿੰਦਾ ਸਾਡੇ ਪੰਜਾਬੀਆਂ ਦੇ ਵਿੱਚ ਜੋਸ਼ ਆ, ਇਹ ਜੇ ਜੋਸ਼ ਨੂੰ ਅਸੀਂ ਉਧਰ ਨੂੰ ਚੈਨਲ ਕਰੀਏ ਨਾ ਪ੍ਰਭੂ ਵੱਲ ਨੂੰ, ਬਹੁਤ ਕੁਝ ਹੋ ਸਕਦਾ ਹੈ। ਔਰ ਹਾਲੇਲੂਇਆ। ਹੁਣ ਪਾਵਰ ਇਵੈਂਜਲਿਜ਼ਮ, ਮੈਂ ਬਿਲਕੁਲ ਪੈਂਟੀਕੋਸਟਲ, ਮੈਂ ਸਭ ਕੁਝ ਮੰਨਦਾ ਆ ਪਵਿੱਤਰ ਆਤਮਾ ਦੇ ਉੱਤੇ, ਉਨਕੇ ਮਿਰੇਕਲਸ ਉੱਤੇ, ਜੋ ਚਮਤਕਾਰ, ਸਭ ਚੀਜ਼ਾਂ ਤੇ ਮੈਂ ਮੰਨਦਾ ਹੈ। ਪਰ ਆਪਾਂ ਜਦੋਂ ਇੱਕ ਪਾਸੇ ਦੇ ਉੱਤੇ ਰੱਖਦੇ ਆ ਨਾ ਬਸ ਇਹਨਾਂ ਚੀਜ਼ਾਂ ਦੇ ਉੱਤੇ, ਉਹ ਸਾਡੇ ਵਿੱਚ ਬਦਲਾਅ ਨਹੀਂ ਹੁੰਦਾ। ਸਾਨੂੰ ਇਹ ਹੁੰਦਾ ਹੈ ਕਿ ਅਸੀਂ ਇਹ ਕੁਝ ਕਰ ਰਹੇ ਹਾਂ। ਇਹ ਚੀਜ਼ਾਂ ਸਿਰਫ ਉਹਦੀ ਦਇਆ ਤੇ ਉਹਦੀ ਕਿਰਪਾ ਤੇ ਉਹਦੀ ਗਿਫਟ ਦੇ ਨਾਲ ਹੁੰਦੀਆਂ ਹੈ। ਮੈਂ ਕਹਿੰਦਾ ਹੁਣ ਸਾਇੰਸ, ਵੰਡਰਸ, ਮਿਰੇਕਲਸ ਆ, ਇਹ ਸਾਰੇ ਪਰਮੇਸ਼ਵਰ ਦੀ ਦਇਆ ਤੇ ਕਿਰਪਾ ਨਾਲ ਹੁੰਦੇ। ਬਹੁਤ ਸਾਰੇ ਅਸੀਂ, ਕਿਉਂਕਿ ਸਾਡਾ ਕਲਚਰ ਇਦਾਂ ਤੋਂ ਪਹਿਲਾਂ ਆਇਆ, ਜਿੱਥੇ ਕੋਈ ਇਦਾਂ ਦੇ ਅਜੀਬ ਕੰਮ ਹੁੰਦੇ, ਚਮਤਕਾਰ ਹੁੰਦੇ, ਅਸੀਂ ਉਹੋ ਹੀ ਦੇਖਦੇ ਬਸ ਇੱਥੇ ਹੈਗਾ ਆ। ਠੀਕ ਆ, ਪਰਮੇਸ਼ਵਰ ਉੱਥੇ ਕੰਮ ਕਰਦਾ ਹੈ, ਪਰ ਮੈਂ ਤੁਹਾਨੂੰ ਦੱਸਣਾ ਹੈ ਪਰਮੇਸ਼ਵਰ ਦੀ ਸਭ ਤੋਂ ਵੱਡੀ ਜਿਹੜੀ ਗੱਲ ਉਹ ਇਹ ਨਹੀਂ ਕਿ ਚਮਤਕਾਰ ਕੰਮ ਸਿਰਫ ਇੱਕ ਨਿਸ਼ਾਨ ਆ ਜਿਹੜਾ ਸਾਨੂੰ ਦਿਖਾ ਰਿਹਾ ਮਸੀਹ ਵੱਲ ਨੂੰ, ਪਰ ਸਾਨੂੰ ਸਭ ਤੋਂ ਵੱਡਾ ਪ੍ਰਭੂ ਨੇ ਆਖਿਆ ਜਾ ਕੇ ਚੇਲੇ ਬਣਾਓ, ਚੇਲੇ ਬਣਾਓ। ਔਰ ਚੇਲੇ ਬਣਨ ਦਾ ਮਤਲਬ ਆ ਕਿ ਅਸੀਂ ਮਸੀਹ ਵਰਗੇ ਬਣਦੇ ਜਾਂਦੇ ਆ ਪਰਿਵਾਰਾਂ ਦੇ ਵਿੱਚ। ਜਿਹੜਾ ਪਾਸਟਰ ਜੌਨ ਤੇ ਪਾਸਟਰ ਟ੍ਰੇਸੀ ਨੇ ਸਾਡੇ ਪਰਿਵਾਰਾਂ ਦੇ ਬਾਰੇ ਦੇ ਰਿਸ਼ਤੇ ਦੱਸੇ ਆ। ਜਦ ਤੱਕ ਮਸੀਹ ਸਾਡੇ ਵਿੱਚ ਦੀ ਦਿਖਦਾ ਨਹੀਂਗਾ, ਉਹਨਾਂ ਚਿੱਤਰ ਭਲਾ ਅਸੀਂ ਖੁਸ਼ ਕਰੀ ਜਾਈਏ, ਇਹ ਧਰਮ ਪੁਣਾ ਹੈ। ਪਰ ਪਰਮੇਸ਼ਰ ਧਰਮ ਪੁਣੇ ਨੂੰ ਨਹੀਂ ਪਸੰਦ ਕਰਦਾ, ਕਿਉਂਕਿ ਉਹ ਧਰਮ ਦਾ ਸੌਦਾ ਨਹੀਂ ਕਰਨਾ ਆਇਆ ਸੀਗਾ। ਉਹ ਸਾਨੂੰ ਕੀ ਕਰਨਾ ਆਇਆ ਸੀਗਾ? ਸਾਨੂੰ ਸਾਡਾ ਰਿਸ਼ਤਾ ਪਰਮੇਸ਼ਰ ਨਾਲ ਜੋੜਨਾ ਆਇਆ ਸੀਗਾ। ਸੋ ਮੇਰੇ ਭੈਣਾਂ ਤੇ ਭਰਾਵੋ, ਮੇਰਾ ਵੱਡਾ ਬੋਝ ਆ ਇਸ ਜ਼ੂਮ ਦੇ ਚੈਨਲ ਨੂੰ, ਜੋ ਵੀ ਅਸੀਂ ਬਣਾਇਆ, ਜੋ ਵੀ ਕਰਦੇ ਆ, ਉਹਦਾ ਮਕਸਦ ਇੱਕ ਹੀ ਆ। ਇੱਥੋਂ ਨਾ ਤਾਂ ਲਵ ਆਫਰਿੰਗ ਕਲੈਕਟ ਕਰਨੀ ਆ, ਨਾ ਸਾਡੀ ਮੈਂਬਰਸ਼ਿਪ ਆ, ਨਾ ਆਪਾਂ ਕੁਝ ਲੈਣਾ। ਜਿੱਥੇ ਪੰਜਾਬੀ ਹੈਗੇ ਆ, ਸਾਡਾ ਇਹੀ ਬੋਝ ਆ ਕਿ ਤੁਸੀਂ ਆਓ। ਜਦੋਂ ਮੀਟਿੰਗ ਹੁੰਦੀ ਆ, ਅੱਜ ਤੁਸੀਂ ਦੇਖੋ ਇੰਨਾ ਕੁਆਲਿਟੀ ਦਾ ਵਧੀਆ ਟੀਚਿੰਗ ਆਪਾਂ ਸੁਣਿਆ ਆ, ਠੀਕ ਹੈ ਕਿ ਨਹੀਂ? ਔਰ ਇਸੇ ਤਰ੍ਹਾਂ ਸਾਡੇ ਵਿੱਚ ਇੱਕ ਬਦਲਾਅ ਆਵੇ। ਜਦ ਤੱਕ ਸਾਡੇ ਵਿੱਚ ਬਦਲਾਅ ਨਹੀਂ ਆਉਂਦਾਗਾ, ਉਹ ਪ੍ਰਚਾਰ ਤਾਂ ਕਰਨ ਤੱਕ ਪ੍ਰਚਾਰ ਕਰਕੇ ਕੋਈ ਵੀ ਕਰ ਦੇਵੇ, ਠੀਕ ਹੈ ਕਿ ਨਹੀਂ? ਪਰ ਸਾਡੇ ਵਿੱਚ ਯਿਸੂ ਦਿਖਣਾ ਚਾਹੀਦਾ ਹੈ। ਜਿੱਦਣ ਯਿਸੂ ਦਿਖਣ ਲੱਗਿਆ ਲੋਕਾਂ ਨੂੰ, ਉਦੋਂ ਹੀ ਲੋਕਾਂ ਨੂੰ। ਸੋ ਮੇਰੇ ਭੈਣਾਂ ਤੋਂ ਭਰਾਵੋ, ਮੈਂ ਤੁਹਾਨੂੰ ਐਨਕਰੇਜ ਕਰਨਾ ਚਾਹੁੰਦਾ ਆ, ਆਪਾਂ ਆਪਣੇ ਕਲਚਰ ਵੱਲ ਵੀ ਧਿਆਨ ਰੱਖੇ, ਆਪਣੇ ਟ੍ਰੈਡੀਸ਼ਨ ਵੱਲ ਧਿਆਨ ਰੱਖੇ। ਕੀ ਬਚਨਾਂ ਤੋਂ ਉੱਚੇ ਤਾਂ ਨਹੀਂ ਅਸੀਂ ਰੱਖੀ ਬੈਠੇ, ਠੀਕ ਹੈ ਨਾ? ਕਿਉਂਕਿ ਜਦੋਂ ਅਸੀਂ ਪ੍ਰਭੂ ਦੇ ਵਿੱਚ ਆ ਜਾਂਦੇ, ਸਭ ਚੀਜ਼ ਨੂੰ ਸਮਝ ਵਰਡ ਦੇ ਕੇ। ਸੋ ਇਹ ਕਹਿੰਦੇ ਹੋਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਭੈਣ ਭਰਾ ਜੁੜੇ ਹੋਏ, ਔਰ ਗॉड ਤੁਹਾਨੂੰ ਬਲੈਸ ਕਰੇ। ਆਪ ਜਾਇਓ ਨਾ ਤੁਸੀਂ, ਕੋਈ ਕੁਐਸਚਨ ਆਨਸਰ ਦਾ ਮੈਂ ਸਮਾਂ ਖੋਲਣ ਲੱਗਾ ਹੁਣ, ਪਰ ਇੱਕ ਮੈਂ ਗੱਲ ਹੋਰ ਕਹਿਣ ਲੱਗਾ ਇੱਥੇ ਕਿ ਮੈਂ ਆਪਣੇ ਬ੍ਰਦਰ ਸੁਰਜੀਤ ਦਾ ਧੰਨਵਾਦ ਕਰਦਾ ਜਿਹੜਾ ਟੈਕਨੀਕਲੀ ਸਾਡੀ ਹੈਲਪ ਕਰਦਾ ਹੈ। ਸੁਰਜੀਤ ਦਾ ਹੱਥ ਖੜਾ ਕਰਿਓ। ਹਾਂਜੀ ਸੁਰਜੀਤ ਦਾ ਥੈਂਕ ਯੂ। ਭੈਣ ਤਬੀਤਾ ਜੋ ਆਪਣਾ ਐਡਮਿਨਿਸਟ੍ਰੇਸ਼ਨ ਸਭ ਕਰ ਰਹੀ ਆ, ਇਹ ਇੱਥੋਂ ਅਮਰੀਕਾ ਚੋਂ ਬੈਠੇ ਨੇ, ਔਰ ਮੈਂ ਇੱਥੋਂ ਸਿੰਗਾਪੁਰ ਤੋਂ, ਔਰ ਆਪਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਬੈਠੇ ਨੇ। ਪਰ ਪਰਮੇਸ਼ਰ ਆਪਾਂ ਧੰਨਵਾਦ ਕਰਦੇ। ਸੋ ਇਸ ਸਮੇਂ ਨੂੰ, ਟਾਈਮ ਨੂੰ ਮੈਂ ਤੁਹਾਨੂੰ ਸਾਰਿਆਂ ਦੇ ਲਈ ਖੋਲਣਾ ਚਾਹੁੰਦਾ ਹੈ ਕਿ ਜੇ ਤੁਹਾਡੇ ਕੋਲ ਕਿਸੇ ਕੋਲ ਵੀ ਕੋਈ ਸਵਾਲ ਹੈਗਾ ਹੈ, ਠੀਕ ਹੈ ਨਾ, ਹੁਣ ਇਸ ਦੇ ਉੱਤੇ ਹੋਰ ਨਾ ਇੱਧਰ ਵੀ ਕਿਤੇ ਸਵਾਲ ਪੁੱਛੋ, ਠੀਕ ਹੈ ਨਾ? ਤੇ ਜਿਹਨਾਂ ਇਸ ਗੱਲ ਦੇ ਉੱਤੇ, ਇਸ ਪੁਆਇੰਟ ਦੇ ਉੱਤੇ ਤੁਸੀਂ ਸਵਾਲ ਪੁੱਛਣੇ ਆ, ਤੇ ਆਪਣੇ ਪਾਸਟਰ ਸਾਹਿਬ ਬੈਠੇ ਨੇ, ਆਪਾਂ ਪੁੱਛ ਸਕਦੇ ਹਾਂ। ਸੋ ਪਲੀਜ਼, ਔਰ ਜੇ ਸਾਰੇ ਇਕੱਠੇ ਬੋਲਣ ਲੱਗੇ ਫਿਰ ਵੀ ਨਹੀਂ ਸੁਣਨਾ, ਤੇ ਕੁਛ ਨਾ ਕੁਛ ਆਪਾਂ ਨੂੰ ਕਰਨਾ ਪੈਣਾ ਹੈ ਕਿ ਜਾਂ ਤਾਂ ਹੱਥ ਖੜੇ, ਯੂ ਸੁਜੈਸਟ ਹਾਊ ਆਰ ਯੂ ਗੋਇੰ ਟੂ ਆਨਸਰ ਕੁਐਸਚਨ, ਹੱਥ ਖੜੇ ਕਰਨਾ ਜਾਂ ਕਿਵੇਂ ਕਰਨਾ? Surjit, what would be the best way? Okay, if anybody have any question, please use the reaction icon. You can raise your hand. We know you have a question. अपना हाथ खड़ा करो सारे जी। Okay, माफ करना, मैं पंजाबी जी कह देना अगर ਤੁਹਾਨੂੰ ਅੰਗਰੇਜ਼ੀ ਨਹੀਂ ਸਮਝ ਆ ਰਹੀ। ਜੇਕਰ ਤੁਹਾਡੇ ਵਿੱਚੋਂ ਕੋਈ ਸਵਾਲ ਉੱਠਦਾ ਆ, ਸਵਾਲ ਕਰਨਾ ਚਾਹੁੰਦੇ ਆ ਪਾਸਟਰ ਜੌਨ ਅਤਰੇਸੀ ਨੂੰ, ਇੱਕ ਛੋਟੀ ਜਿਹੀ ਆਈਕਨ ਸਮਾਈਲੀ ਫੇਸ ਤੁਸੀਂ ਦੇਖ ਰਹੀ ਹੈ ਟੂਲ ਬਾਰ ਦੇ ਥੱਲੇ, ਤੁਸੀਂ ਉੱਤੇ ਹੱਥ ਰੇਜ਼ ਕਰਨਾ, ਸਾਨੂੰ ਪਤਾ ਲੱਗਣਾ ਵੀ ਤੁਸੀਂ ਹੱਥ ਰੇਜ਼ ਕੀਤਾ ਆ। ਫਿਰ ਤੁਹਾਡੀ ਵਾਰੀ ਆਉਣਗੀ, ਅਸੀਂ ਤੁਹਾਡਾ ਮਾਈਕ ਅਨਮਿਊਟ ਕਰਾਂਗੇ। ਉਸ ਤੋਂ ਬਾਅਦ ਕਹਿੰਦੇ ਫੋਨ ਬਣਾਈ, ਬਾਕੀਆਂ ਨੇ ਵੀ ਹੱਥ ਚੁੱਕਿਆ, ਉਹਨੂੰ ਬਾਰੀ ਦੇਵਾਂਗੇ। ਅਸੀਂ ਇਕੱਠਿਆਂ ਨੇ ਮਾਈਕ ਅਨਮਿਊਟ ਨਹੀਂ ਕਰਨਾ, ਕੋਈ ਬਾਲੀਆਂ ਚੀਕਾਂ ਵੱਜਣਗੀਆਂ ਫਿਰ। ਸੋ ਧਿਆਨ ਕਰਨਾ ਇਹਦੇ ਉੱਤੇ। ਤੇ ਜੇ ਤੁਹਾਡੇ ਕੋਲ ਜਵਾਬ ਹੈ, ਮੈਂ ਦੇਖਿਆ ਤੁਹਾਡਾ ਅਮਨ, ਤੁਹਾਡਾ ਹੱਥ ਚੱਕਿਆ ਹੋਇਆ, ਤੁਹਾਡਾ ਕੋਈ ਸਵਾਲ ਹੈਗਾ? ਅਸੀਂ ਤੁਹਾਡਾ ਮਾਈਕ ਅਨਮਿਊਟ ਕਰ ਰਹੇ ਇਸ ਵਕਤ, ਨਹੀਂ ਤਾਂ ਤੁਸੀਂ ਹੱਥ ਥੱਲੇ ਕਰ ਸਕਦੇ ਆ। ਅਮਨ, ਤੁਸੀਂ ਆਪਦੇ ਆਪ ਅਨਮਿਊਟ ਕਰ ਸਕਦੇ ਹੋ। ਲੱਗਦਾ ਅਮਨ ਨੇ ਉਹਨੂੰ ਸਲੂਟ ਮਾਰਿਆ ਹੈ।
ਚਲੋ ਠੀਕ ਹੈ। ਹਾਂਜੀ ਪਹਿਲਾਂ ਦਾ ਕੀਤਾ ਹੋਇਆ। ਹਾਂ ਹਾਂਜੀ ਇਦਾਂ ਦਾ ਕੀਤਾ ਹੋਇਆ। ਅੱਗੇ ਹੋਰ ਪੁੱਛੋ ਕਿਸੇ। ਹਾਂਜੀ the other pages Asur ji, see all the pages, look at the other pages. Yeah, I'm looking at it. Okay. ਤੁਹਾਡੇ ਕੋਲ ਕੋਈ ਵੀ ਹੋਰ ਸਵਾਲ ਹੈਗਾ ਹੱਥ ਉੱਚਾ ਕਰ ਸਕਦੇ ਆ। ਜੇ ਤੁਹਾਡੀ ਵੀਡੀਓ ਨਹੀਂ ਔਨ ਹੈ ਤੁਸੀਂ ਆਈਕਨ ਦੇ ਉੱਤੇ ਸਕਰੀਨ ਦੇ ਉੱਤੇ ਹੱਥ ਚੱਕ ਸਕਦੇ ਆ, ਔਰ ਨਹੀਂ ਤਾਂ ਤੁਸੀਂ ਆਪਦੇ ਆਪ ਤੁਸੀਂ ਮਾਈਕ ਵੀ ਅਨਮਿਊਟ ਕਰ ਸਕਦੇ ਆ ਇਸ ਵਕਤ। ਠੀਕ ਹੈ, ਜੇ ਕਿਸੇ ਦਾ ਕੋਈ ਸਵਾਲ ਨਹੀਂ ਹੈ ਇੱਥੇ। ਓਕੇ, ਜੇਕਰ ਤੁਹਾਡੇ ਕੋਲ ਕੋਈ ਸਵਾਲ ਨਹੀਂ, ਮੇਰਾ ਸਵਾਲ ਹੈਗਾ ਪਾਸਟਰ ਜੌਨ ਅਤੇ ਪਾਸਟਰ ਟ੍ਰੇਸੀ ਵੱਲੇ। I have a question. What is the solution if the wife said God has called him to lead, but the wife said God has not spoken to me? So what is the answer to that? ਪੰਜਾਬੀ ਚ ਦੱਸੀ, ਥੋੜਾ ਜਿਹਾ ਮੈਨੂੰ ਸਮਝ ਨਹੀਂ ਆਈ ਕੀ ਹੈ ਕਿ। ਹਾਂ ਰਿਪੀਟ, ਹਾਂਜੀ ਰਿਪੀਟ ਕਰੋ ਬ੍ਰਦਰ ਜੀ। ਹਾਂਜੀ ਅੱਛਾ ਜੀ, ਮੈਂ ਪੰਜਾਬੀ ਚ ਕਹਿਣਾ ਹੁਣ। ਕਦੇ ਕਦੇ ਆਪਾਂ ਮਿਨਿਸਟਰੀ ਦੇ ਵਿੱਚ ਅੱਗੇ ਜਾਂਦੇ ਆ, ਸਾਨੂੰ ਪਰਮੇਸ਼ਵਰ ਚੁਣ ਲੈਂਦਾ। ਅਸੀਂ ਕਹਿੰਦੇ ਵੀ ਵਾਈਫ ਨਾਲ ਸ਼ੇਅਰ ਕਰਦੇ ਆ ਵੀ ਪਰਮੇਸ਼ਵਰ ਨੂੰ ਮੇਰੇ ਵੱਲ ਸੰਦੇਸ਼ ਆਇਆ ਵੀ ਮੈਂ ਮਿਨਿਸਟਰੀ ਸ਼ੁਰੂ ਕਰਨੀ, ਲੀਡ ਕਰਨੀ ਆ, ਪਰ ਵਾਈਫ ਦੇ ਵੱਲੋਂ ਜਵਾਬ ਆਉਂਦਾ ਵੀ ਪਰਮੇਸ਼ਵਰ ਨੇ ਤਾਂ ਮੈਨੂੰ ਨਹੀਂ ਆਖਿਆ ਹਲੇ ਕੁਝ ਵੀ, ਤਾਂ ਫਿਰ ਮੈਂ ਕਿਵੇਂ ਕਹਿ ਸਕਦੀ ਵੀ ਆਪਾਂ ਮਿਨਿਸਟਰੀ ਇਕੱਠੇ ਸਹਿਮਤ ਕਰਨੀ ਆਪਾਂ। So Pastor John or Pastor Tracy, if you have any answer to that. So the husband जो परमेश्वर है वो पति कहता है कि परमेश्वर मैनू कह रहा है कि आ मिनिस्ट्री आगे चलानी है। Yeah, husband said God has spoken to me, but the wife said the God hasn't spoken to me. So there going to be a disunity here. No, this is the best thing. सब तो खास गल की है कि जो साडा परमेश्वर है सिर्फ हस्बैंड दा नहीं वाइफ दा भी। सो आप कह सकते हैं कि आप रल के दुआ करते हैं, जेड़ा मैं ना बोल सकता तेरे ना भी बोलेगा। yes ठीक है, सो ठीक है ना। सो रल के रेगुलरली दुआ करनी शुरू करो इकट्ठे होके। जे मैं इसके बारे कुछ कमेंट कर सकता सिर्फ एक जी सॉरी ट्रेसी गो अहेड फर्स्ट, पहले तुम बोलो सॉरी। या दूसरी गल तुसी की ते मेरे वीर की जो आदमी है आदमी घर दा हेड है, ठीक है ना। सो आदमी हुंदे तुसी घर दे हेड, तुसी ये भी देखना कि ऑब्वियसली जो ईच इंडिविजुअल हुंदा वो थोड़ा डिफरेंट हुंदा। तुसी देखना है कि जेड़ी ताड़ी वाइफ है ओदा संबंध तुसी देखना, उन्होंने तुसी आपदी साइड ते किदां लेके आना, ठीक है ना। की हुंदा बहुती बारी कि जो आदमी है ड्यू टू बीन हेड कि परमेश्वर तानू एक कई चीजां कहेगा, हो सकदा ताड़ी वाइफ दा लेवल डिफरेंट है, ठीक है ना। एग्जांपल दिन्नी आ, जो साडी पहले शादी होई सीगी इन्हां दा लेवल मेरा फर्क सी, परमेश्वर मैनू ये कहंदा, ठीक है ना। सो इन्हां दा हार्ट हुंदा सी बीजण नू, ठीक है ना। परमेश्वर ने कहना इत्थे बीजना मेरे सी, ठीक है ना। सो एक टाइम ते आंदा कि ना शायद सो मेरा एक टाइम ते आया ना कि इन्होंने बीज जाना, तो मैं कहना बाकी तो तुसी सारा कुछ बीज दिता, मैं रहनी मैनू ना फूक दो ठीक है ना। सो असी देखना आया क्योंकि तुसी आप सारे जने अपने पार्टनर का पता हुंदा किदां आ। सो इन्हां तुसी ना सिर्फ इदां नहीं कि ट्रेसी दुआ करना, इन्हां मैनू नाल पार्टनर करके रल के नाल सेवकाई शुरू कर दी। सो मैं देखना कि विच की हो रहा, बोझ देखा, ठीक है ना, लोगों की जिंदगी बदलते हुए देखा, नाल की होया वो बर्डन मैं इन्हां दा चुक लिया जो परमेश्वर ने इन्हां लई बुलाया सी, ठीक है ना। सो तां करके असीं सारे नूं इनकरेज करते हैं, मेरे भराओ ताड़ी लाइफ बहुत सौखी हो जानी जे तुसीं आपदियां तीवियां नाल रखो। Amen. Amen. Pastor Kuldeep, go ahead, आपदा सवाल पूछो प्लीज, अनम्यूट करके। सर मैं सवाल नहीं, सारियां नूं जय मसीह की। मैं जी, सवाल नहीं जी, जय सर, मसीह। मैं एक छोटा जिहा आंसर ही देना चाहुंदा कि सिस्टर ने बड़ी वधिया गल की है कि जद असीं मिल के प्रार्थना करांगे। मैं अपने बारे दसना चाहुंदा है कि आज तो 11 साल पहला जब मैं सेवकाई दे लई फुल टाइम प्रभु दे के प्रार्थना की, और मैं अपनी वाइफ नाल शेयर किया कि हुण सानू ना फुल टाइम प्रभु दी कॉलिंग है कि असीं फुल टाइम प्रभु दी सेवा करिए। ते मेरी वाइफ ने हमेशा उन्हां गल्लां नूं दोहराना, किराया कित्थों निकलेगा, खर्चा किस तरह होएगा, घर दा फीसां बच्चों दियां किस तरह दित्तियां जाणगियां, और
ਹੋਰ ਕਈ ਖਰਚੇ ਜਿਹੜੇ ਆ। ਸੋ ਮੈਂ 3 ਟਾਈਮ ਆਪਣੀ ਵਾਈਫ ਨੂੰ ਦੱਸਿਆ ਔਰ ਕਿਹਾ ਕਿ ਸਾਨੂੰ ਪ੍ਰਭੂ ਨੇ ਕਾਲਿੰਗ ਕੀਤਾ ਹੈ ਕਿ ਅਸੀਂ ਫੁੱਲ ਟਾਈਮ ਸੇਵਾ ਵਿੱਚ ਆਈਏ। ਔਰ ਮੈਂ 3 ਵਾਰੀ ਕਹਿਣ ਤੋਂ ਬਾਅਦ ਮੈਂ ਪਰਮੇਸ਼ਵਰ ਨੂੰ ਕਿਹਾ, ਪ੍ਰਭੂ ਹੁਣ ਮੈਂ ਇਹਨਾਂ ਨੂੰ ਨਹੀਂ ਕਹਿਣਾ, ਹੁਣ ਜਦੋਂ ਇਹ ਕਹਿਣਗੇ ਤੁਸੀਂ ਇਹਨਾਂ ਨਾਲ ਗੱਲ ਕਰੋ, ਜਦੋਂ ਹੁਣ ਇਹ ਕਹਿਣਗੇ ਤਾਂ ਮੈਂ ਪ੍ਰਭੂ ਫੁੱਲ ਟਾਈਮ ਸੇਵਾ ਵਿੱਚ ਆਉਣਾ। ਸੋ 1 ਨਵੰਬਰ 2010 ਵਿੱਚ ਇਹਨਾਂ ਨੇ ਮੈਨੂੰ ਬਾਈਬਲ ਬੈਗ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਡਿਊਟੀ ਨਹੀਂ ਜਾਓਗੇ, ਤੁਸੀਂ ਸਿਰਫ ਔਰ ਸਿਰਫ ਪ੍ਰਭੂ ਦੀ ਸੇਵਾ ਕਰੋਗੇ। ਸੋ ਤੁਸੀਂ ਆਪਣੀ ਡਿਊਟੀ ਨੂੰ ਰਿਜ਼ਾਈਨ ਕਰ ਦਿਓ। ਸੋ ਪਰਮੇਸ਼ਵਰ ਨੇ ਇਹਨਾਂ ਨਾਲ ਗੱਲਬਾਤ ਕੀਤੀ। ਜਦੋਂ ਮੈਂ ਪ੍ਰਭੂ ਨੂੰ ਕਿਹਾ ਕਿ ਪ੍ਰਭੂ ਹੁਣ ਮੈਂ ਇਹਨਾਂ ਨੂੰ ਨਹੀਂ ਕਹਿਣਾ, ਹੁਣ ਇਹ ਖੁਦ ਮੈਨੂੰ ਕਹਿਣ। ਸੋ ਪ੍ਰਭੂ ਦਾ ਧੰਨਵਾਦ ਕਿ ਇਹਨਾਂ ਨੇ ਜਦ ਮੈਨੂੰ ਕਿਹਾ ਤਾਂ ਫਿਰ ਮੈਂ ਫੁੱਲ ਟਾਈਮ ਪ੍ਰਭੂ ਦੀ ਸੇਵਾ ਵਿੱਚ ਆਇਆ। ਥੈਂਕ ਯੂ। ਥੈਂਕ ਯੂ ਬਸ। ਥੈਂਕ ਯੂ ਪਾਸਟਰ ਜੀ। ਥੈਂਕ ਯੂ ਜੀ। ਹੋਰ ਕਿਸੇ ਕੋਲ ਕੋਈ ਸਵਾਲ ਹੋਵੇ? ਜੈਮਸੀ ਕੇ ਪਾਸਟਰ ਜੀ। ਜੈਮਸੀ ਕੀ ਕੌਣ? ਮੈਂ ਡਿੰਪਲ ਪਾਸਟਰ ਜੀ, ਪੰਜਾਬ ਤੋਂ। ਹਾਂਜੀ ਹਾਂਜੀ ਡਿੰਪਲ ਬੋਲੋ ਜੀ। ਜੀ ਮੈਂ ਅੱਜ ਹੀ ਪਾਸਟਰ, ਵੈਸੇ ਤਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੋਈ ਹੈ, ਮੈਂ ਅੱਜ ਦੇ ਹੀ ਟੌਪਿਕ ਬਾਰੇ ਗੱਲ ਕਰਨੀ ਸੀ। ਜਿਵੇਂ ਮੈਰਿਜ ਦੀ ਅੱਜ ਗੱਲ ਹੋਈ ਸੀ ਨਾ, ਮੇਰੀ ਐਕਚੁਅਲੀ ਥੋੜੀ ਜਿਹੀ ਲੰਬੀ ਗਵਾਹੀ ਹੋਊਗੀ ਮੇਰੀ। ਬਸ ਆਪਣਾ ਪੁਆਇੰਟ ਤੇ ਡਿੰਪਲ ਪੁਆਇੰਟ ਤੇ ਰੱਖਿਆ ਕਿਉਂਕਿ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ। ਹਾਂਜੀ ਬਸ ਮੇਨ ਇਹੀ ਹੈ ਕਿ ਮਤਲਬ ਮੇਰੀ ਹੈ ਨਾ, ਦੇਖੋ ਲਵ ਮੈਰਿਜ ਹੈ ਨਾ, ਤੇ ਲਵ ਮੈਰਿਜ ਹੋਈ ਤੇ ਬਟ ਮੇਰੀ ਸੀਗੀ ਜਿਵੇਂ ਨੋਨ ਕ੍ਰਿਸਚਨ ਹੈ ਨਾ, ਲਵ ਮੈਰਿਜ ਆ। ਤੇ ਜਿਹੜੇ ਹਸਬੈਂਡ ਆ, ਜਿਵੇਂ ਹੁਣ ਕਹਿੰਦੇ ਸੀ ਕਿ ਹਸਬੈਂਡ ਵਾਈਫ ਦੀ ਗੱਲ ਮੰਨੇ ਤੇ ਵਾਈਫ ਹਸਬੈਂਡ ਦੀ ਗੱਲ ਮੰਨੇ, ਹੈ ਨਾ। ਬਟ ਜਿਵੇਂ ਐਵੇਂ ਹੈ ਕਿ ਮੇਰੇ ਜਿਹੜੇ ਇਨਲੋਜ਼ ਆ ਉਹ ਜ਼ਿਆਦਾ ਸਾਡੀ ਵਿੱਚ ਇੰਟਰਫੇਅਰ ਕਰਦੇ ਆ। ਤੇ ਫਿਰ ਸਿਸਟਰ ਜੀ ਕੀ ਕੀਤਾ ਜਾਵੇ? ਜਿਵੇਂ ਜੋਨ ਪਾਸਟਰ ਜੀ ਨੇ ਵੀ ਕੀਤਾ ਸੀ ਨਾ ਪ੍ਰਚਾਰ। ਜੀ ਓਕੇ, ਤੁਸੀਂ ਕਹਿੰਦੇ ਕਿ ਜੋ ਤੁਹਾਡੇ ਇਨਲੋਸ ਆ ਉਹ ਤੁਹਾਡੀ ਸ਼ਾਦੀ ਵਿੱਚ ਇੰਟਰਫੇਅਰ ਜ਼ਿਆਦਾ ਕਰਦੇ ਆ। ਜੀ ਓਕੇ, ਤੁਸੀਂ ਆਪਣੇ ਹਸਬੈਂਡ ਨਾਲ ਰਿਸ਼ਤਾ ਜ਼ਿਆਦਾ ਮਜ਼ਬੂਤ ਕਰਨਾ ਆ। ਐਕਚੁਅਲੀ ਇਸ ਦੀ ਗੱਲ ਕੀ ਹੈ ਨਾ, ਸੁਣਨ ਨੂੰ ਥੋੜੀ ਅਜੀਬ ਲੱਗੇਗੀ। ਇਹ ਹੈ ਕਿ ਨਾ ਕਿ ਉਹ ਮੇਰੀ ਕੋਈ ਗੱਲ ਨਹੀਂ ਸੁਣਦੇ ਹੈਗੇ। ਮੀਨਸ ਜਿਵੇਂ ਮੈਰਿਜ ਹੋਈ ਸੀ, ਠੀਕ ਹੈ, ਖੁਸ਼ ਸੀਗੇ, ਓਕੇ ਆ, ਸਭ ਕੁਛ ਵਧੀਆ ਨਾ। ਜਿਵੇਂ ਬਾਈਬਲ 'ਚ ਵੀ ਲਿਖਿਆ ਹੈ ਕਿ ਇੱਕ ਹਸਬੈਂਡ ਆਪਣੀ ਮਤਲਬ ਵਾਈਫ ਦੇ ਅਧੀਨ ਹੋਏਗਾ, ਸਾਰਾ ਕੁਛ ਹੈ, ਸਾਰਾ ਕੁਛ ਓਕੇ ਪ੍ਰੋਪਰ ਸੀਗਾ ਨਾ। ਬਟ ਇਹ ਹੈ ਕਿ ਹੁਣ ਅਗਰ ਪ੍ਰਭੂ ਵਿੱਚ ਹੁੰਦੇ ਤਾਂ ਗੱਲ ਕੁਛ ਹੋਰ ਹੁੰਦੀ। ਹੁਣ ਪ੍ਰਭੂ ਵਿੱਚ ਉਹ ਨਹੀਂ ਹੈਗੇ ਤੇ ਉਹ ਬਿਨਾਂ ਗੱਲ ਤੇ ਮੇਰੇ ਨਾਲ ਲੜਦੇ ਆ। ਤੇ ਮੈਨੂੰ ਕੀ ਕਰਨਾ ਚਾਹੀਦਾ? ਮੈਂ ਇਸ ਟੌਪਿਕ ਤੇ ਪੁੱਛਣਾ ਚਾਹੁੰਦੀ ਸੀ ਕਿ ਉਹਨਾਂ ਦੀ ਫੈਮਿਲੀ ਮਤਲਬ ਮੇਰਾ ਵਿਰੋਧ ਕਰਦੀ ਉਹਨਾਂ ਸਾਹਮਣੇ ਹਰ ਵਾਰੀ ਪੂਰੀ। ਕੀ ਕਰਨਾ ਚਾਹੀਦਾ ਮੈਨੂੰ? ਡਿੰਪਲ ਦੇਖੋ, ਜਦੋਂ ਤੁਸੀਂ ਸ਼ਾਦੀ ਕੀਤੀ ਸੀ ਉਦੋਂ ਪ੍ਰਭੂ ਚ ਸੀਗੇ ਉਹ? ਨੋ ਪਾਸਟਰ ਜੀ, ਮੈਂ ਹੀ ਸੀ ਪ੍ਰਭੂ ਵਿੱਚ। ਉਹ ਫਿਰ ਕਹਾਵਤ ਸੁਣੀ ਆ, ਆ ਬੈਲ ਮੁਝੇ ਮਾਰ? ਜੀ ਹਾਂਜੀ। ਅੱਛਾ ਚਲੋ, ਉਹ ਤਾਂ ਮੈਂ ਸਾਨਾ ਤੁਹਾਨੂੰ। ਪਹਿਲਾ ਪਤਰਸ ਲਗਾਏ, ਠੀਕ ਹੈ, ਪਹਿਲਾ ਪਤਰਸ ਉਹਦਾ 3ਰਾ ਅਧਿਆਇ ਉਹਦੀ ਪਹਿਲੀ ਆਇਤ ਬਹੁਤ ਪਾਵਰਫੁਲ ਆਇਤ ਹੈ। ਚਿੰਬੜ ਜੋ ਇਸ ਆਇਤ ਨੂੰ ਦਿਨ ਰਾਤ ਖਾਓ ਇਹਨੂੰ। ਮੈਂ ਤੁਹਾਨੂੰ ਗਰੰਟੀ ਦੇਣਾ ਡਿੰਪਲ, ਤੁਹਾਡਾ ਪਤੀ ਨਹੀਂ, ਤੁਹਾਡੇ ਇਨਲॉज ਬਦਲਣਗੇ ਤੁਹਾਡਾ। ਜੀ ਆਮੀਨ। ਤੁਹਾਡੇ ਉੱਤੇ ਅਨੋਇੰਟਿੰਗ ਹੈ ਪ੍ਰਭੂ ਦੀ। ਡਿੰਪਲ ਪਹਿਲਾ ਪਤਰਸ 3ਰਾ ਅਧਿਆਇ ਔਰ ਪਹਿਲਾ ਪਤਰਸ 3ਰਾ ਅਧਿਆਇ और पहली आयत, 1 Peter chapter 3 verse 1। बहुत जबरदस्त आयत आ उन्हां भैणां वास्ते जिन्हां दे विश्वास नहीं करदे। पहला पतरस, ठीक है, कल कहना है डिंपल। हां जी जी पास जी, ਜਿਹੜੇ ਆਪਣੇ ਘਰ ਤੋਂ ਬਾਹਰ ਦੇ ਲੋਕ ਨੇ, ਇਸ ਪਾਦਰੀ ਸਾਹਿਬ ਖਾਸ ਤੌਰ ਤੇ, ਕਿ ਜਿਹੜੇ ਘਰ ਦੇ ਬਾਹਰ ਦੇ ਲੋਕ ਆ ਨਾ ਉਹ ਪ੍ਰਚਾਰ ਦੇ ਨਾਲ ਬਦਲਦੇ ਆ, ਜਿਹੜੇ ਘਰ ਦੇ ਜੀ ਆ ਉਹ ਤੁਹਾਡੇ ਜੀਵਨ ਨਾਲ ਬਦਲਦੇ ਆ। ਠੀਕ ਹੈ, ਘਰ ਦੇ ਬਾਹਰ ਦੇ ਲੋਕ ਜਿਹੜੇ ਉਹ ਪ੍ਰਚਾਰ ਨਾਲ ਬਦਲਦੇ, ਜਿਹੜੇ ਘਰ ਦੇ ਆ ਉਹ ਤੁਹਾਡੇ ਜੀਵਨ ਨਾਲ ਜਾਨੀ ਕਰੈਕਟਰ ਨਾਲ ਬਦਲਦੇ ਆ। ਠੀਕ ਹੈ, ਪਹਿਲੀ ਆਇਤ ਜਿਹੜੀ ਆ ਪਹਿਲਾ ਪਤਰਸ 3ਰਾ ਅਧਿਆਇ ਪਹਿਲੀ ਆਇਤ, ਇਸੇ ਪ੍ਰਕਾਰ ਨਿਓ
ਆਪਣੇ ਪਤੀਆਂ ਦੇ ਅਧੀਨ ਹੋਵੋ ਭਈ ਜੋ ਕੋਈ ਵਚਨ ਤੇ ਉਹਨਾਂ ਵਚਨਾਂ ਤੋਂ ਬਿਨਾਂ ਆਪਣੀਆਂ ਪਤਨੀਆਂ ਦੇ ਚਾਲ ਚੱਲਣ ਦੇ ਕਾਰਨ ਖਿੱਚੇ ਜਾਣ। ਠੀਕ ਹੈ। ਤੋ ਜਿਹੜਾ ਟੂਸੀ ਵਾਲਾ मैं तुहानू बहुत गल्लां सुना सकदा है। मैं राती अजे पढ़दा सी स्मिथ विगल्सवर्थ अमेजिंग मैन ऑफ गॉड। तो उन्हां दी पत्नी जिहड़ी है उन्हें कहा कि वो बिजनेसमैन का उन्हें कहा कि गल सुन भलिया मानसी, वो आप थोड़ा ठंडा पै गया प्रभु च ना। उन्हें कहा कि गल सुन, मैं तेरा पति है, तेरी बाइबल कहती है कि पति दे अधीन हो। ठीक है। तो मैं ना तेनू कहना कि तू चर्च नहीं जाएंगी। उन्होंने कहा महाराज देखो तुही मेरे हस्बैंड है, प्रभु यीशु मेरा मालिक है, मेरा परमेश्वर है, मेरा लॉर्ड है, तो मैं तुहानू सबमिट होनी टोटली, लेकिन तुसी मेरे लॉर्ड नहीं हो, मेरा लॉर्ड यीशु है। तो मैं हर गल तुहाडी मनदी हां, लेकिन मैं चर्च नूं जाना है। उन्हें कहा जे तू चर्च नूं जाना ना, मैं ते डोर लॉक कर देनी है, दरवाजा बंद कर लेना जो तू आना है। तो उन्हें कहा कि देखो तुहाडा मर्जी है, लेकिन प्लीज बुलाओ कर दो, मैं चर्च जाना है। तो वापस आई तो सज्जन ने स्मिथ विगल्सवर्थ जी उन्होंने अंदरों जिंदा मार लिया और वो भैन बाहर सारी रात। तो सवेर तो उन्होंने डोर खोली, जिंदा दरवाजा खोलिया, जो गेट खोलिया तो अंदर बड़ी है भैन, सारी रात गेट दे विच बैठी रही है। जो बड़ी है अंदर किचन च गई है, पता की पूछा अज तुसी सवेर दे नाश्ते विच की खाओगे। ओदी पसंद दा नाश्ता। ठीक है। मतलब के दुनिया दे बंदे दा फेथ विच आया और वो विच आत्मा दी गाइडेंस लो, वो बहुत कम होएगा। ठीक है टिम्पल जी जी थैंक यू। ओके। परमेश्वर दी हजूरी विच असीं ज्यादा जाना है, परमेश्वर दी हजूरी तो पिछे नहीं अगे जाना है आपां सारियां ने। ओके। होर कोई? होर किसी दा कोई सवाल, किसी ने कुछ पूछना होवे? नहीं अजे तक तो नहीं आ रहा कोई भी। सुरजीत ने जिहड़ा अगे सवाल पूछिया सीगा बहुत वधिया आपां जवाब सुने है ना अलग-अलग, पर मैं एक गल थोड़ी जी विच उदों कहना चाहता सीगा इह देखो मैं आपदी खुद दी गल करदा है, मैं मिनिस्ट्री दे विच आ, मेरी वाइफ फ्रंट लाइन दे विच मेरे नाल नहीं गी, जिद्दां कि हुण मैं बैठा हां जां मैं कर रहा जां अगे मैं प्रचार करदा वो नहीं गी, पर ओहदा साथ मेरे नाल दुआ दे विच आ। राइट। ਉਹ ਦੁਆ ਕਰਦੀ, ਉਹ ਮੇਰੀ ਹਰ ਤਰ੍ਹਾਂ ਦੀ ਹੈਲਪ ਕਰਦੀ ਆ, ਉਹ ਮੇਰੀ ਸਪੋਰਟ ਕਰਦੀ ਆ, ਉਹ ਬਲੀਵ ਕਰਦੀ ਆ ਔਰ ਉਹ ਖੁਸ਼ੀ ਮਨਾਉਂਦੀ ਆ ਜਦੋਂ ਕੁਝ ਚੰਗਾ ਕੰਮ ਹੁੰਦਾ ਸੇਵਕਾਈ ਦੇ ਵਿੱਚ। ਔਰ ਗੱਲ ਇਹ ਹੈ ਕਿ ਆਪਣਾ ਕਈ ਤਰ੍ਹਾਂ ਖਿਆਲ ਹੁੰਦਾ ਹੈ, ਇਹ ਮੇਰੀ ਸੋਚ ਹੈ, ਸ਼ਾਇਦ ਤੁਹਾਡੇ ਦੂਜਿਆਂ ਨਾਲ ਥੋੜਾ ਜਿਹਾ ਫਰਕ ਹੋਵੇ। ਇੱਕ ਗਿਫਟ ਹੁੰਦੀ ਹੈ, ਇੱਕ ਕਾਲਿੰਗ ਹੁੰਦੀ ਆ। ਰਾਈਟ। और कई बार उन्होंने गिफ्ट कॉलिंग कुछ अलग होवे, ना प्रकार दी होवे, कुछ उन्होंने होर होवे है ना, तो पर ओदा ऐ नहीं मतलब है कि वो तुहाडे नाल नहीं खड़ीगी, यू नो। तो ਆਪਾਂ ਜਿਹੜਾ ਏਕਤਾ ਹੈ ਨਾ, ਉਹ ਏਕਤਾ ਆ ਉਹ ਗਿਫਟ ਦੇ ਉੱਤੇ ਪਰਫਾਰਮੈਂਸ ਉੱਤੇ ਬੇਸ ਨਹੀਂ ਹੁੰਦਾ। ਜਿਹੜਾ ਅਸਲੀ ਏਕਤਾ ਆ ਉਹ ਦਿਲ ਦਾ ਏਕਤਾ ਆ। ਜੇ ਅਸੀਂ ਦਿਲਾਂ ਨਾਲ ਜੁੜੇ ਆ ਨਾ, ਦਿਲਾਂ ਨਾਲ ਜੁੜੇ ਆ, ਫਿਰ ਭਲਾ ਅਸੀਂ ਕਿੰਨੀ ਦੂਰ ਵੀ ਬੈਠੇ ਆ, ਅਸੀਂ ਅਲੱਗ ਨਹੀਂ ਗਏ, ਅਸੀਂ ਇਕੱਠੇ ਹੀ ਆ। ਰਾਈਟ। ਸੋ ਅਸਲੀ ਗੱਲ ਜਿਹੜੀ ਹੁੰਦੀ ਆ, ਆਪਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਜੇ ਇਹ ਗੱਲ ਨਹੀਂ ਹੋ ਰਹੀਗੀ ਹੈ ਨਾ, ਕਿ ਮੈਂ ਕੁਝ ਉਹਨਾਂ ਤੋਂ ਇਹ ਤਾਂ ਨਹੀਂ ਕਰਾ ਰਿਹਾ ਜਿਹੜਾ ਕਿ ਪ੍ਰਭੂ ਨੇ ਉਹਨਾਂ ਨੂੰ ਨਹੀਂ ਕਿਹਾ ਕਰਨ ਲਈ, ਕਿ ਜੇ ਲੋਕ ਕਰਦੇ ਤਾਂ ਮੈਂ ਵੀ ਇਦਾਂ ਹੀ ਕਰਾਂ। ਰਾਈਟ। ਸ਼ਾਇਦ ਉਹਨਾਂ ਦੀ ਗਿਫਟਿੰਗ ਕੁਝ ਹੋਰ ਹੋਵੇ। ਕਈਆਂ ਜਗ੍ਹਾ 'ਚ ਮੈਂ ਦੇਖਦਾ ਇੱਕ ਵਾਈਫ ਪ੍ਰੀਚ ਕਰ ਰਹੀ ਆ, ਠੀਕ ਹੈ ਨਾ, ਔਰ ਉਹਦਾ ਹਸਬੈਂਡ ਉਹਦਾ ਫੁੱਲ ਸਪੋਰਟ ਉਹਦੇ ਨਾਲ ਹੁੰਦਾ ਹੈ। ਠੀਕ ਹੈ। ਆਮ ਮੈਨੂੰ ਪਤਾ ਬੇਸਿਕਲੀ ਹਸਬੈਂਡ ਵਾਈਫ ਹੈ ਨਾ। ਸੋ ਮੈਂ ਇਹਦਾ ਦੇਖਦਾ ਕਿ ਬਹੁਤ ਚੰਗੇ ਸੇਵਕਾਈ ਚੱਲ ਰਹੀ, ਉਹਨਾਂ ਦੀ ਰਿਲੇਸ਼ਨਸ਼ਿਪ, ਉਹਨਾਂ ਦਾ ਰਿਸ਼ਤਾ, ਉਹਨਾਂ ਦਾ ਪਿਆਰ, ਉਹਨਾਂ ਦੇ ਬੱਚੇ, ਉਹਨਾਂ ਦੇ ਘਰ, ਉਹਨਾਂ ਦੀ ਗਵਾਹੀ, ਸਭ ਕੁਝ ਵਧੀਆ ਹੁੰਦਾ ਹੈ। ਰਾਈਟ।
ਸੋ ਇਹ ਚੀਜ਼ ਇੰਪੋਰਟੈਂਟ ਹੁੰਦੀ, ਪਰ ਵੱਡੀ ਗੱਲ ਇਹ ਆ ਸਾਡਾ ਸਾਡੀ ਪਤਨੀ ਨਾਲ ਜਿਹੜਾ ਰਿਸ਼ਤਾ ਹੈ ਉਹ ਕਿਦਾਂ ਦਾ ਹੈ, ਉਹ ਵੱਡੀ ਗੱਲ ਹੁੰਦੀ ਹੈ। ਪਿਆਰ ਲਵ ਕਿਹੜੀ ਸ਼ਬਦ ਹੋ ਲਵ what is that destroys all fear ਨਹੀਂ ਮੇਰੇ ਮਨ ਵਿੱਚ ਵਰਸ ਭੁੱਲ ਗਈ ਹੈ। What is the verse that says about what love not dispels all fear? What is the English word for it? ਯਾਦ ਨਹੀਂ ਮੈਨੂੰ ਆ ਰਹੀ। Okay, ਜਿੱਥੇ ਪਿਆਰ ਹੁੰਦਾ ਨਾ ਉੱਥੇ ਡਰ ਨਹੀਂ ਹੁੰਦਾ, ਜਿੱਥੇ ਪਿਆਰ ਹੁੰਦਾ ਡਰ ਨਹੀਂ ਹੁੰਦਾ, ਹਾਂ ਉੱਥੇ ਪ੍ਰੈਸ਼ਰ ਵੀ ਨਹੀਂ ਹੁੰਦਾਗਾ, ਉੱਥੇ ਕਿਸੇ ਤਰ੍ਹਾਂ ਦੀ ਸ਼ਰਮ ਵੀ ਨਹੀਂ ਹੁੰਦੀ, ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਨਾਲ ਜੁੜੇ ਹੋਏ। ਉਹ ਕਈ ਵਾਰ ਵਜ੍ਹਾ ਕੁਝ ਹੋਰ ਹੁੰਦੀ ਆ, ਵਜ੍ਹਾ ਕੁਝ ਹੋਰ ਹੁੰਦੀ ਆ ਜਿੱਥੇ ਕਿ ਉਹ ਸਾਥ, ਮੈਂ ਨਹੀਂ ਕਹਿ ਰਿਹਾ ਕਿ ਸੁਰਜੀਤ ਦੀ ਗੱਲ ਏਦਾਂ ਹੈ, ਮੈਂ ਇੱਕ ਮਿਸਾਲ ਦੇ ਰਿਹਾ ਹਾਂ ਕਿ ਕਈ ਵਾਰ ਏਦਾਂ ਹੀ ਹੁੰਦਾ ਕਿ ਗੱਲ ਕੁਝ ਹੋਰ ਹੀ ਹੁੰਦੀ ਆ, ਉਹ ਗੱਲ ਸੈਟਲ ਨਹੀਂ ਹੋਈ ਹੁੰਦੀ ਕਿ ਸਾਨੂੰ ਲੱਗਦਾ ਹੁੰਦਾ ਹੈ ਕਿ ਸਾਡੇ ਨਾਲ ਸਾਥ ਨਹੀਂ ਦੇ ਰਹੇ, ਅਸੀਂ ਸਾਥ ਉਹਨਾਂ ਦਾ ਹੋਰ ਚੀਜ਼ ਦਾ ਸਾਥ ਮੰਗ ਰਹੀ ਹੁੰਦੀ, ਕਿਸੇ ਹੋਰ ਚੀਜ਼ ਵੱਲੋਂ ਉਹਨਾਂ ਨੂੰ ਕੁਝ ਘਾਟ ਹੁੰਦੀ ਆ। ਸੋ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਰੱਖਣਾ ਚਾਹੀਦਾ ਹੈ। ਸੋ ਆਈ ਮੀਨ ਇਹ ਮੇਰਾ ਥੋੜਾ ਜਿਹਾ ਪਾਸਟਰ ਜੀ ਮੈਂ ਥੋੜਾ ਜਿਹਾ ਐਡ ਕਰਾਂ। ਹਾਂਜੀ, ਆਈ ਐਗਰੀ ਵਿਦ, ਮੈਂ ਤੁਹਾਡੇ ਨਾਲ ਪੂਰੇ ਤਰੀਕੇ ਨਾਲ ਸਹਿਮਤ ਹਾਂ। ਜਿੱਦਾਂ ਮੈਂ ਸੇਵਕਾਈ ਦੇ ਵਿੱਚ ਆਈ ਹਾਂ, ਮੇਰੇ ਹਸਬੈਂਡ ਮੇਰੇ ਨਾਲ ਨਹੀਂ, ਪਰ ਉਹ ਫੁੱਲ ਸਪੋਰਟ ਦੇ ਵਿੱਚ ਹੈ, ਹੀ ਇਜ਼ ਇਨ ਦਾ ਬੈਕ ਆਫ। ਕਿਸੇ ਵੇਲੇ ਹੱਸਦੇ ਹਾਂ ਕਿਉਂਕਿ ਮੈਂ ਹੁਣ ਪਾਰਟ ਟਾਈਮ ਜੌਬ ਕਰਦੀ, ਕਹਿੰਦੇ ਮੈਂ ਤੇਰੇ ਨਾਲ ਨਹੀਂ ਹੱਸ ਸਕਦਾ, ਕਿਸੇ ਨੇ ਘਰ ਦੇ ਬਿੱਲ ਵੀ ਤਾਂ ਪੇ ਕਰਨੇ ਆ ਨਾ। ਸੋ ਬਿਕੋਜ਼ ਕਿਸੇ ਵੇਲੇ ਹਾਂਜੀ ਕਿ ਦੋਨੋਂ ਹਸਬੈਂਡ ਵਾਈਫ ਜਿਹੜੇ ਹੁੰਦੇ ਆਪਾਂ ਕੰਮ ਛੱਡ ਕੇ ਨਹੀਂ ਬਹਿ ਸਕਦੇ, ਰਾਈਟ। ਤੇ ਇਸੇ ਕਰਕੇ ਹੁਣ ਉਹ ਮੈਨੂੰ ਕਦੀ ਨਹੀਂ ਮਨਾ ਕਰਦੇ, ਕਹਿੰਦੇ ਤੂੰ ਜੋ ਮਰਜ਼ੀ ਕਰ, ਜਿਹੜੀ ਤੇਰੀ ਮੀਟਿੰਗ ਆ, ਕਦੀ ਉਹਨਾਂ ਨੇ ਮਨਾ ਨਹੀਂ ਕੀਤਾ ਕਿਸੇ ਵੀ ਕੰਮ ਤੋਂ। ਉਹ ਪ੍ਰੇਅਰ ਦੇ ਵਿੱਚ, ਖੁਦਾ ਦੇ ਕਲਾਮ ਦੇ ਵਿੱਚ ਉਹ ਮੇਰੇ ਤੋਂ ਬਲਕਿ ਜ਼ਿਆਦਾ ਸਟਰੋਂਗ ਹੈ ਐਜ਼ ਏ ਹੈਡ ਆਫ ਦਾ ਫੈਮਿਲੀ। ਜਿੱਦਾਂ ਕਿ ਸਾਡੇ ਘਰ ਹਮੇਸ਼ਾ ਮਤਲਬ ਮੈਂ ਉਹਨਾਂ ਦੇ ਜਿਹੜੇ ਕਰੈਕਟਰ ਨੂੰ ਦੇਖ ਕੇ ਹੀ ਮੈਂ ਇੰਨੀ ਖੁਦਾਵੰਦ ਦੇ ਵਿੱਚ ਜਿਹੜੀ ਸਟਰੋਂਗ ਹੋਈ ਆ। ਅੱਜ ਮੈਂ ਜਿਹੜੇ ਲੈਵਲ ਤੇ ਹੈ ਮੈਂ ਆਪਣੇ ਹਸਬੈਂਡ ਦੀ ਵਜ੍ਹਾ ਨਾਲ ਹੈ, ਕਿਉਂਕਿ ਜਦੋਂ ਮੈਂ ਆਈ ਸੀ ਖੁਦਾਵੰਦ ਦੇ ਵਿੱਚ, ਜਦੋਂ ਮੇਰੀ ਸ਼ਾਦੀ ਹੋਈ ਸੀ, ਮੈਂ CNI ਦੇ ਵਿੱਚੋਂ ਆਈ ਸੀ, ਔਰ ਮੈਂ ਮਤਲਬ CNI ਦੇ ਵਿੱਚ ਮੈਨੂੰ ਮੈਂ ਨਹੀਂ ਸ਼ਰਮਾਂਦੀ ਕਹਿਣ ਤੋਂ, ਕਿਉਂਕਿ ਅੱਖਾਂ ਬੰਦ ਹੀ ਹੁੰਦੀਆਂ, ਤੁਹਾਨੂੰ ਕੋਈ ਕਲਾਮ ਦਾ ਪਤਾ ਨਹੀਂ ਹੁੰਦਾ। ਜਦੋਂ ਮੈਂ ਆਈ, ਮੈਂ ਆਪਣੇ ਹਸਬੈਂਡ ਦੀ ਲਾਈਫ ਦੇ ਵਿੱਚ ਦੇਖਿਆ ਕਿ ਕਿਸ ਤਰੀਕੇ ਨਾਲ ਖੁਦਾਵੰਦ ਕੰਮ ਕਰ ਰਿਹਾ ਸੀ। ਔਰ ਫਿਰ ਮੈਂ ਦੂਸਰਾ ਐਡ ਇਨ ਕਰਾਂਗੀ ਕਿ ਜਦੋਂ ਮੈਂ ਖੁਸ਼ਖਬਰੀ ਚਰਚ ਜਦੋਂ ਜੁਆਇਨ ਕੀਤਾ ਸੀ, ਉੱਥੇ ਜਾ ਕੇ ਫਿਰ ਮੇਰੀ ਅੱਖਾਂ ਖੁੱਲੀਆਂ। ਇਸ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਸੇ ਵੇਲੇ ਜਿਹੜਾ ਹਸਬੈਂਡ ਵਾਈਫ ਦੋਨੋਂ ਨਹੀਂ ਫਰੰਟ ਲਾਈਨ ਤੇ ਆਉਂਦੇ, ਕਿਉਂਕਿ ਉਹਨਾਂ ਦੀ ਜਿਹੜਾ ਉਹ ਡਿਫਰੈਂਟ ਤਰੀਕੇ ਨਾਲ ਤੁਹਾਨੂੰ ਸਪੋਰਟ ਕਰਦੇ। ਮੇਰੇ ਹਸਬੈਂਡ ਦੀ ਜਿਹੜੀ ਸਪੋਰਟ ਹੈਗੀ ਉਹ ਬੈਕ ਤੇ ਹੈ, ਪ੍ਰੇਅਰ ਦੇ ਵਿੱਚ ਹੈ, ਵਰਸ਼ਿਪ ਦੇ ਵਿੱਚ ਹੈ। ਉਹ ਕਹਿੰਦੇ ਤੂੰ ਜੋ ਮਰਜ਼ੀ ਕਰ, ਮੈਂ ਬੈਕ ਤੇ ਹਾਂ, ਮੈਂ ਉਹ ਫਰੰਟ ਤੇ ਨਹੀਂ ਆਉਣਾ ਪਸੰਦ ਕਰਦੀ। ਹੀ ਇਜ਼ ਅ ਲਿਟਲ ਸ਼ਾਈ, ਉਹ ਸ਼ਾਈ ਫੀਲ ਕਰਦੇ ਆ, ਕੈਮਰੇ 'ਚ ਨਹੀਂ ਆਉਂਦੇ। ਤੇ ਕਿਸੇ ਵੇਲੇ ਹਾਂਜੀ ਮੈਂ ਐਗਰੀ ਕਰਦੀ ਹਾਂ ਕਿ ਕੋਈ ਹੋਰ ਵੀ ਰੀਜ਼ਨਸ ਹੁੰਦੇ ਆ ਹਸਬੈਂਡ ਵਾਈਫ ਦੇ, ਪਰ ਹਾਂਜੀ ਪਾਸਟਰ ਜੀ ਤੁਸੀਂ ਲਓ ਕੰਟਰੋਲ ਹੁਣ।